इस वेले मार्केट दे विच दुकानां दे शटर जरूर खुले ने लेकिन वपार कोई भी नहीं खुले। सरकार नूं इह देखना चाहिदा भी जिथे असीं करोना नूं कंट्रोल करन दे लई नीतियां अपना रहे हैं उत्थे वपार नूं कायम रखण लई भी नीतियां अपनाईए। अन्नी पीण डई आ कुत्थे चट्टण डया। सरकारां अपना रोल अदा कर रही पर बाजारां दे विच जाके देख लो भीड़ उदां ही आ। किते धरने लग रहे, सब कुछ लग रहा, सारे बंदे करजे दे थल्ले आके मरने आ, कोरोना नाल तां शायद ना मरन। अज कोई पार्टी दीयां गल्लां नहीं, कोई किसी दियां सरकारां दीयां गल्लां नहीं, अज मैं हर उस भुखे पेट दी गल कर रहा जिहड़ा शाम नूं अपने घर जाके भुखा सौंदा ते भुखा ही उठदा। मैं तो ये कहना जी सुत्ते पे मुंडे का मूँह चुम्या, ना मुंडा खुश ना मुंडे की माँ खुश। तुसी शनिवार तक ही तुसी ऐतवार भी खोलते हो, रातां भी खोलते हो। ये शटर खोलन नाल दुकानदारियां नहीं चलनियां, ये फंक्शन खोलन दे नाल दुकानदारियां चलनियां। कि साडे मुंडे काम करते आ, उन्हां दी तनखाहां नहीं निकलदियां ते किराए दी दुकानां दे किराए नहीं निकलते। बिल्कुल सवेरे आईदा शामी असीं खाली चल जांदे। लॉकडाउन खुल गया, दुकानां खुल गईयां, बाजार 'च गाहक नहीं हैगा। ਅਸੀਂ ਤਾਂ ਇਹ ਕਹਿੰਦੇ ਆ ਵੀ ਕਰੋਨਾ ਨਾਲ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ, ਭੁੱਖ ਮਰਨਾ ਜ਼ਰੂਰ ਮਰ ਜਾਵਾਂ। ਬਿਲਕੁਲ ਵੀ ਨਹੀਂ ਜੀ, ਬਹੁਤ ਬੁਰਾ ਹਾਲ ਆ। ਦੇਖਿਆ ਜਾਵੇ ਤਾਂ ਕਿਸੇ ਆਪਦੇ ਵਰਕਰ ਦੇ ਵੀ ਖਰਚੇ ਨਹੀਂ ਪੂਰੇ ਕਰ ਪਾ ਰਹੇ, ਕਸਟਮਰ ਬਿਲਕੁਲ ਨਹੀਂ ਆ ਰਿਹਾ, ਖਾਲੀ ਬਾਜ਼ਾਰ ਪਏ ਆ। ਬਿਲਕੁਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਖਾਲੀ ਬੈਠੇ ਰਹਿੰਦੇ ਆ। ਸਾਡੇ ਜਾਂ ਤਾਂ ਟੈਕਸ ਮਾਫ ਕੀਤੇ ਜਾਣ, ਬਿਜਲੀ ਦੇ ਬਿੱਲ ਮਾਫ ਕੀਤੇ ਜਾਣ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ। ਸਾਨੂੰ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਹੋਇਆ। ਸਰਕਾਰ ਨੂੰ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਕਿ ਹੁਣ ਫੰਕਸ਼ਨ ਖੋਲ੍ਹੇ ਜਾਣ ਪੈਲਸਾਂ ਦੇ ਵਿੱਚ, ਜਿੱਥੇ ਬੰਦਿਆਂ ਦੀ 30 ਬੰਦਿਆਂ ਦੀ ਗੈਦਰਿੰਗ ਹੈ ਉੱਥੇ ਵਧਾ ਕੇ 200 ਬੰਦੇ ਦੀ ਗੈਦਰਿੰਗ ਕੀਤੀ ਜਾਵੇ ਤਾਂ ਜੋ ਹਰ ਪਰਿਵਾਰ ਦੇ ਮੈਂਬਰ ਆਪਣੇ ਲਈ ਸ਼ੋਪਿੰਗ ਕਰਨ ਲਈ ਬਾਜ਼ਾਰਾਂ 'ਚ ਆ ਸਕਣ। ਉਹਨਾਂ ਦੇ ਨਾਲ ਹੀ ਸਾਡਾ ਰੁਜ਼ਗਾਰ ਚੱਲੇਗਾ। ਮੰਦੀ ਤਾਂ ਇੰਨੀ ਗਾ ਜੀ ਕਿ ਰੋਟੀ ਚਲਾਣੀ ਸਾਡੀ ਮੁਸ਼ਕਲ ਹੋ ਗਈ ਘਰਾਂ ਦੀ। ਬਹੁਤ ਪਰੇਸ਼ਾਨ ਆ, ਸਾਰੀ ਇੰਨੇ ਕੁ ਪਰੇਸ਼ਾਨ ਆ ਕਿ ਸਾਰੀ ਦਿਹਾੜੀ ਵਿਹਲੇ ਬਹਿ ਕੇ ਚੱਲ ਜੀਦਾ, ਪੌਣੀ ਤੱਕ ਨਹੀਂ ਹੁੰਦੀ। ਕਰੋਨਾ ਨਾਲ ਘੱਟ ਮਰ ਰਹੇ ਆ, ਭੁੱਖਮਰੀ ਨਾਲ ਜ਼ਿਆਦਾ ਮਰ ਜਾਂਦੇ ਲੋਕ। ਜਿਹੜੇ ਰੈਂਟ ਵਗੈਰਾ ਉਹ ਵੀ ਹੁਣ ਪਾਕਟ 'ਚ ਪੇ ਕਰ ਰਹੇ ਆ ਕਿ ਆਪਣੇ ਘਰ ਦਾ ਖਰਚਾ ਤਾਂ ਕੀ ਨਿਕਲਣਾ ਇੱਥੋਂ, ਔਖਾ ਹੀ ਹੋ ਰਿਹਾ ਹੁਣ ਤਾਂ ਦਿਨੋਂ ਦਿਨ। ਹਜੇ ਕੋਈ ਸੋਲੂਸ਼ਨ ਨਹੀਂ ਲੱਗ ਰਿਹਾ ਕੁਝ ਵੀ। ਦੁਕਾਨਦਾਰ ਤਾਂ ਬਹੁਤ ਮੰਦਾ ਚੱਲ ਰਿਹਾ, ਮਾਰਕੀਟ ਦੇ ਵਿੱਚ ਗਾਹਕ ਬਿਲਕੁਲ ਨਹੀਂ ਹੈਗਾ। ਤੇ ਜਦ ਹੀ ਮਾਰਕੀਟ ਦੇ ਵਿੱਚ ਅਸੀਂ ਫੰਕਸ਼ਨ ਵਗੈਰਾ ਨਹੀਂ ਗੌਰਮੈਂਟ ਸ਼ੁਰੂ ਕਰਦੀ ਜਾਂ ਚੰਗੀ ਤਰ੍ਹਾਂ ਗੈਦਰਿੰਗ ਨਹੀਂ ਪੂਰੀ ਹੁੰਦੀ ਤਦ ਹੀ ਮਾਰਕੀਟ 'ਚ ਮੰਦਾ ਹੀ ਰਹਿਣਾ ਹੈ। ਦੁਕਾਨਾਂ ਦਾ ਟਾਈਮ ਵਧਾਇਆ, ਕੰਮ ਕਾਰ ਹੈ ਹੀ ਨਹੀਂ, ਬਿਲਕੁਲ ਖਰਚੇ ਵੀ ਨਹੀਂ ਨਿਕਲਦੇ, ਇੰਨੇ ਔਖੇ ਹੋਏ ਪਏ। ਇੱਦਾਂ ਦਾ ਮੰਦਾ ਹਾਲ ਹੋ ਚੁੱਕਾ ਵਾ ਕਿ ਇਸ ਟਾਈਮ ਵਪਾਰੀ ਵਰਗ ਇੰਨਾ ਕੁ ਪਰੇਸ਼ਾਨ ਆ ਕਿ ਆਪਣੀਆਂ ਮਜਬੂਰੀਆਂ ਜੇ ਕਿਸੇ ਨੂੰ ਦੱਸਾਂਗੇ ਤਾਂ ਉਹੀ ਅਗਲਾ ਮਜ਼ਾਕ ਉਡਾਉਂਦਾ, ਯਾਰ ਤੁਹਾਡੇ ਵਰਗੇ ਲੋਕ ਜੇ ਪਰੇਸ਼ਾਨ ਆ ਤੇ ਮਾੜੇ ਬੰਦੇ ਦਾ ਕੀ ਹਾਲ ਹੋਊਗਾ। ਅਸੀਂ ਇਹੀ ਸਰਕਾਰ ਕੋਲ ਮੰਗ ਕਰਦੇ ਹਾਂ, ਜੇ ਸਰਕਾਰ ਆਪਣੀ ਗਾਈਡਲਾਈਨ ਤੇ ਅਸੀਂ ਕਹਿੰਦੇ ਹਾਂ ਪਰ ਸਾਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਕਿ ਜਿਹਦੇ ਨਾਲ ਸਾਡਾ ਪਰਿਵਾਰ ਬਚੇ। ਸਰਕਾਰ ਤੋਂ ਤਾਂ ਅਸੀਂ ਇਹੀ ਚਾਹ ਰਹੇ ਹਾਂ ਕਿ ਤੁਸੀਂ ਲੋਕਡਾਊਨ ਦੇ ਵਿੱਚ ਜਿਹੜੀਆਂ ਪਾਬੰਦੀਆਂ ਹੁਣ ਇਸ ਟਾਈਮ ਲਗਾਈਆਂ ਹੋਈਆਂ, ਜੇ ਤੁਸੀਂ ਓਪਨ ਉਹਨੂੰ ਕਰੋਗੇ ਤਾਂ ਮੇਰੇ ਸਾਹਮਣੇ ਬਾਜ਼ਾਰ ਦੇ ਵਿੱਚ ਖੁੱਲ੍ਹ ਕੇ ਰੌਣਕ ਸ਼ੁਰੂ ਹੋਊਗੀ ਤਾਂ ਲੋਕ ਸਮਝੂਗੇ ਕਿ ਸਾਨੂੰ ਮਤਲਬ ਪ੍ਰੀਕਾਸ਼ਨ ਦੇ ਨਾਲ ਬਾਜ਼ਾਰ ਜਾਣਾ ਚਾਹੀਦਾ। ਤੇ ਜਦੋਂ ਬਾਜ਼ਾਰ ਉਹ ਜਾਊਗੇ, ਪੈਸਾ ਖਰਚੂਗੇ ਤਾਂ ਸਰਕਲ ਸਾਰਾ ਘੁੰਮੂਗਾ। नमस्कार, साइन टीवी देखने वाले दर्शकों का स्वागत करते हाँ। मैं मेगा। अज असीं आए हाँ फगवाड़ा के रामगढ़िया गुरुद्वारा की मार्केट में, जिथे असीं वख-वख दुकानदारां नाल गल करांगे तो उन्हां को कोरोना काल के दौरान किहड़ी मंदी का सामना किया उस बारे भी उन्हां को पुछांगे। ते जिद्दां कि हुण सरकार ने दिनों दिन नवीं गाइडलाइनस जारी करते रहंदे आ, उस बारे भी उन्हां दा व्यू लवांगे कि उन्हां दा इस ते की विचार आ। हुण असीं गल करते हाँ दुकान के मालक नाल। सत श्री अकाल सर जी। कोरोना काल के दौरान तुहानूं दुकान च किन्नी क मंदी का सामना करना पिया? ਮੰਦੀ ਦਾ ਸਾਹਮਣਾ ਇੰਨਾ ਕਿ ਕਰਨਾ ਪਿਆ ਕਿ ਸਾਡੇ ਮੁੰਡੇ ਕੰਮ ਕਰਦੇ ਆ, ਉਹਨਾਂ ਦੀਆਂ ਤਨਖਾਹਾਂ ਨਹੀਂ ਨਿਕਲਦੀਆਂ ਤੇ ਕਿਰਾਏ ਦੀ ਦੁਕਾਨਾਂ ਦੇ ਕਿਰਾਏ ਨਹੀਂ ਨਿਕਲਦੇ। ਬਿਲਕੁਲ ਸਵੇਰੇ ਆਈਦਾ ਸ਼ਾਮੀ ਅਸੀਂ ਖਾਲੀ ਚਲ ਜਾਂਦੇ। ਲੋਕਡਾਊਨ ਖੁੱਲ ਗਿਆ, ਦੁਕਾਨਾਂ ਖੁੱਲ ਗਈਆਂ, ਬਾਜ਼ਾਰ 'ਚ ਗਾਹਕ ਨਹੀਂ ਹੈਗਾ। ਇੰਨੀ ਕੁ ਮੰਦੀ ਆ ਕਿ ਬਾਜ਼ਾਰ ਸਾਨੂੰ ਕੋਈ ਪੁੱਛਣ ਨਹੀਂ ਆਉਂਦਾ ਭਾਈ ਕਿੱਥੇ ਬੈਠੇ ਆ। ਉਹਦਾ ਮੇਨ ਕਾਰਨ ਇਹ ਆ
ਉਹਦਾ ਮੇਨ ਕਾਰਨ ਇਹ ਆ ਕਿ ਪੈਲਸ ਨਹੀਂ ਖੁੱਲੇ। ਪੈਲਸ ਦੇ ਵਿੱਚ ਗੈਦਰਿੰਗ 30 ਬੰਦਿਆਂ ਦੀ ਦਿੱਤੀ ਆ ਪੰਜਾਬ ਸਰਕਾਰ ਨੇ। ਕੋਈ 100 ਬੰਦਾ ਹੋਊਗਾ, ਕੋਈ ਬਾਜ਼ਾਰ 'ਚ ਸ਼ੋਪਿੰਗ ਕਰਨ ਆਊਗਾ, ਕੋਈ ਮਨਿਆਰੀ ਵਾਲਾ ਹੋਊਗਾ, ਕੱਪੜੇ ਵਾਲਾ ਹੋਊਗਾ, ਹਲਵਾਈ ਹੋਊਗਾ, ਸਾਰੇ ਹੀ ਭੁੱਖੇ ਮਰਦੇ ਪਏ। ਬਹੁਤ ਬੁਰਾ ਹਾਲ ਆ ਬਾਜ਼ਾਰ ਦਾ। ਇਹਦੇ ਨਾਲ ਕੀ ਆ, ਅਸੀਂ ਤਾਂ ਫੇਰ ਵੀ ਜੀਨੇ ਪਏ ਆ। ਜਿਹੜਾ ਪੈਲਸ ਦੇ ਬਾਹਰ ਖੜਾ ਗੁਬਾਰੇ ਵੇਚਦਾ ਉਹਦਾ ਕੀ ਹਾਲ ਹੋਊ? ਜਿਹੜਾ ਇੱਕ ਬੰਦਾ ਬਿਲਕੁਲ ਹੀ ਗਰੀਬ ਹੁੰਦਾ, ਇੱਕ ਬੂਟ ਪਾਲਿਸ਼ ਕਰਨ ਵਾਲਾ ਵੀ ਉੱਥੇ ਬੈਠਾ ਹੁੰਦਾ, ਉਹਨਾਂ ਦਾ ਕੀ ਹਾਲ ਹੋਊਗਾ? ਉਹ ਆਤਮ ਹੱਤਿਆ ਕਰਨ ਦੇ ਦੌਰ ਤੇ ਗੁਜ਼ਰੇ ਆ। ਵੀ ਆਤਮ ਹੱਤਿਆ ਕਹਿੰਦੇ ਆ ਵੀ ਕਰੋਨਾ ਤੋਂ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ, ਭੁੱਖਮਰੀ ਤੋਂ ਜ਼ਰੂਰ ਅਸੀਂ ਮਰ ਜਾਵਾਂਗੇ। ਇਹ ਹਾਲ ਬਾਜ਼ਾਰ ਦਾ ਹੋਇਆ ਹੈ। ਮੈਂ ਸਰਕਾਰ ਕੇ ਬੇਨਤੀ ਕਰਦਾ ਵੀ ਪੈਲਸ ਖੋਲ੍ਹਣ, ਪੈਲਸ ਘੱਟ ਤੋਂ ਘੱਟ 200 ਬੰਦੇ ਦੀ ਗੈਦਰਿੰਗ ਹੋਵੇ, ਬਾਜ਼ਾਰ 'ਚ ਰੌਣਕ ਵਾਪਸ ਆਵੇ। ਸਰ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕਾ ਆ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਇੱਥੇ ਆਪਾਂ ਸਰਕਾਰ ਨੂੰ ਇੱਥੇ ਬਾਜ਼ਾਰ ਜਾਂ ਖੋਲ੍ਹਣੇ ਚਾਹੀਦੇ ਆ ਜਾਂ ਪੈਲਸ ਪੁਲਿਸ ਖੋਲ੍ਹਣੇ ਚਾਹੀਦੇ ਆ? ਅਸੀਂ ਤਾਂ ਇਹ ਕਹਿੰਦੇ ਆ ਵੀ ਕਰੋਨਾ ਨਾਲ ਪਤਾ ਨਹੀਂ ਮਰਨਾ ਕਿ ਨਹੀਂ ਮਰਨਾ, ਭੁੱਖਮਰੀ ਨਾਲ ਜ਼ਰੂਰ ਮਰ ਜਾਵਾਂਗੇ। ਮੈਂ ਤਾਂ ਬੇਨਤੀ ਕਰਦਾ ਬਾਜ਼ਾਰ ਖੁੱਲ੍ਹਣ, ਕਾਰੋਬਾਰ ਚੱਲੇ। ਕਰੋਨਾ ਨਾਲ ਇੰਨਾ ਕੋਈ ਫਰਕ ਨਹੀਂ ਪੈਣਾ ਜਿੰਨਾ ਕਾਰੋਬਾਰ ਤੇ ਭੁੱਖਮਰੀ ਬਿਲਕੁਲ ਬਾਜ਼ਾਰ 'ਚ ਪੈ ਰਹੀ। ਪਰ ਸਰਕਾਰ ਵੱਲੋਂ ਕਈ ਸਟੈਪ ਵੀ ਚੱਕੇ ਗਏ ਆ, ਰਾਸ਼ਨ ਵੀ ਵੰਡੇ ਗਏ ਗਰੀਬਾਂ ਨੂੰ, ਕਈਆਂ ਦੀ ਹੈਲਪ ਵੀ ਕੀਤੀ ਗਈ ਆ। ਇਸ ਤੇ ਤੁਹਾਡਾ ਕੀ ਵਿਚਾਰ ਆ? ਮੇਰਾ ਵਿਚਾਰ ਇਹ ਹੈ ਕਿ ਜਿਹੜੇ ਰਾਸ਼ਨ ਵੰਡੇ ਗਏ ਆ ਬਹੁਤ ਮਿਹਰਬਾਨੀ ਆ। ਉਹ ਵੰਡੇ ਗਏ ਆ ਮਜ਼ਦੂਰ ਤਬਕੇ ਨੂੰ, ਠੀਕ ਆ ਜੀ। ਦੁਕਾਨਦਾਰਾਂ ਨੂੰ ਕੁਝ ਨਹੀਂ ਮਿਲਿਆ। ਕਿਹੜਾ ਦੁਕਾਨਦਾਰ ਲਾਈਨ 'ਚ ਲੱਗ ਕੇ ਰਾਸ਼ਨ ਲੈਣ ਗਿਆ? ਕੋਈ ਨਹੀਂ ਜਾਂਦਾ, ਠੀਕ ਆ ਜੀ। ਦੁਕਾਨਦਾਰ ਦੀ ਨੱਕ ਮਰ ਜਾਂਦੀ ਆ ਵੀ ਅਸੀਂ ਕਿਉਂ ਕਿਸੇ ਕੋਲ ਰਾਸ਼ਨ ਲੈਣਾ। ਭਾਵੇਂ ਅੰਦਰ ਬਹਿ ਕੇ ਭੁੱਖੇ ਮਰ ਜਾਊਗੇ, ਕਿਸੇ ਦੁਕਾਨਦਾਰ ਕੋਈ ਰਾਸ਼ਨ ਨਹੀਂ ਲਊਗਾ ਕਿਸੇ ਵੀ ਕੋਲੋਂ, ਕਿਸੇ ਵੀ ਸੰਸਥਾ ਦੇ ਕੋਲੋਂ ਰਾਸ਼ਨ ਨਹੀਂ ਲਊਗਾ। ਦੁਕਾਨਦਾਰ ਨੂੰ ਸਰਕਾਰ ਵੱਲੋਂ ਮਦਦ ਚਾਹੀਦੀ ਆ, ਸਰਕਾਰ ਵੱਲੋਂ ਸਬਸਿਡੀ ਚਾਹੀਦੀ ਆ। ਦੁਕਾਨ ਵਾਲੀ ਸੋਚਣ, ਦੁਕਾਨਦਾਰਾਂ ਵਾਲੀ ਸੋਚਣ। ਜਿਵੇਂ ਕਿ ਦੁਕਾਨਾਂ ਬੰਦ ਰਹਿੰਦੀਆਂ ਆ ਲੋਕਡਾਊਨ ਵਿੱਚ, ਪਰ ਠੇਕੇ ਖੁੱਲੇ ਰਹਿੰਦੇ ਆ ਇਹਦੇ ਵਿੱਚ ਵੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ? ਹੁਣ ਸਰਕਾਰ ਨੂੰ ਠੇਕਿਆਂ ਤੋਂ ਜ਼ਿਆਦਾ ਫਾਇਦਾ ਆ। ਸ਼ਰਾਬ ਮਹਿੰਗੀ ਵਿਕਦੀ ਆ, ਐਕਸਾਈਜ਼ ਡਿਊਟੀ ਹੈਗੀ ਆ। ਦੁਕਾਨਦਾਰਾਂ ਬਾਰੇ ਸਰਕਾਰ ਨਹੀਂ ਸੋਚਦੀ, ਠੇਕਿਆਂ ਬਾਰੇ ਪਹਿਲਾਂ ਸੋਚਦੀ ਹੈ। ਇਹ ਗਲਤ ਗੱਲ ਹੈ। ਜਿਵੇਂ ਕਿ ਹੁਣ ਸੈਟਰਡੇ ਦਾ ਲੋਕਡਾਊਨ ਖੋਲ ਦਿੱਤਾ ਆ ਤੇ ਦੁਕਾਨਾਂ ਦੀ ਟਾਈਮਿੰਗ ਵਧਾ ਕੇ ਵੀ 6:30 ਤੋਂ 9 ਕਰ ਦਿੱਤੀ ਗਈ ਆ। ਇਸ ਦੇ ਵਿੱਚ ਇਹਦੇ ਨਾਲ ਕੀ ਤੁਹਾਡੀ ਦੁਕਾਨਦਾਰੀ ਦਾ ਕੋਈ ਫਰਕ ਪਿਆ ਆ? ਦੇਖੋ ਜੀ, 9 ਵਜੇ ਤੱਕ ਅਸੀਂ 7 ਵਜੇ ਤੱਕ ਕੈਚ 'ਚ ਬੈਠੇ ਸੀ ਦੁਕਾਨਦਾਰ, ਹੁਣ ਅਸੀਂ 9 ਵਜੇ ਤੱਕ ਕੈਚ 'ਚ ਦੁਕਾਨ ਤੇ ਬੈਠੇ ਆ। ਜਦ ਬਾਜ਼ਾਰ 'ਚ ਗਾਹਕ ਹੀ ਨਹੀਂ, ਅਸੀਂ 10 ਵਜੇ ਤੇ ਬਹਿ ਜਾਈਏ। ਸਰਕਾਰ 10 ਵਜੇ ਤੱਕ ਕਹਿ ਦਿੰਦੀ ਆ ਵਿਹਲੇ ਹੀ ਬਹਿਣਾ, ਜਾਂ ਬੱਤੀਆਂ ਫੂਕਣੀਆਂ ਜਾਂ ਏਸੀ ਚੱਲਣੇ ਆ। ਸਾਡੇ ਖਰਚੇ ਵਧੇ ਆ। ਸਾਡੀ ਲਾਈਟ ਜਿਹੜੀ 7 ਵਜੇ ਤੱਕ ਜਗਦੀ ਸੀ ਹੁਣ 9 ਵਜੇ ਤੱਕ ਜਗਦੀ ਆ। ਜਿਹੜਾ ਏਸੀ 7 ਵਜੇ ਚੱਲਦਾ ਸੀ ਹੁਣ 9 ਵਜੇ ਤੱਕ ਚੱਲਦਾ ਆ, ਠੀਕ ਹੈ ਨਾ। ਸਾਡੇ ਤਾਂ ਬਿੱਲ ਵਧੇ ਆ, ਗਾਹਕ ਨਹੀਂ ਵਧਿਆ। ਅਸੀਂ ਚਾਹੁੰਦੇ ਹਾਂ ਬਾਜ਼ਾਰ 'ਚ ਗਾਹਕ ਆਵੇ, ਭਾਵੇਂ ਤੁਸੀਂ 8 ਵਜੇ ਤੇ ਕਰ ਦਿਓ, ਘੰਟਾ ਥੱਲੇ ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਮੇਨ ਮੁੱਦਾ ਮੇਰਾ ਇਹ ਆ ਬਾਜ਼ਾਰ 'ਚ ਰੌਣਕ ਆਵੇ। ਜਿੱਦਾਂ ਸਰਕਾਰ ਰੋਜ਼ ਦੇ ਦਿਨ ਪਰ ਹਰ ਦਿਨ ਆਪਣੀ ਨਵੀਂ ਨੀਤੀਆਂ ਲਿਆਂਦੀ ਰਹਿੰਦੀ, ਨਵੀਂ ਗਾਈਡਲਾਈਨਸ ਚੇਂਜ ਕਰਦੀ ਰਹਿੰਦੀ ਆ ਕਿ ਅੱਜ ਮਤਲਬ ਖੋਲ ਦਿੱਤਾ ਆ, ਅੱਜ ਸੰਡੇ ਦਾ ਲੋਕਡਾਊਨ ਕਰ ਦਿੱਤਾ, ਇੱਦਾਂ ਕਰ ਦਿੱਤਾ। ਇਸ ਲਈ ਲੈ ਕੇ ਤੁਹਾਡੀ ਸਰਕਾਰ ਤੋਂ ਕੀ ਮੰਗ ਆ? ਦੇਖੋ, ਸਰਕਾਰ ਜਿਹੜੀ ਵੀ ਆ ਆਪਣੇ ਜਿਹੜੇ ਹੁੰਦੇ ਇਹਨਾਂ ਦੇ ਵਿਚਾਰ ਕਰਨ ਵਾਲੇ, ਉਹਨਾਂ ਦੇ ਨਾਲ ਸਾਂਝਾ ਕਰਕੇ ਹੀ ਕੋਈ ਹੁਕਮ ਕਰਦੀ ਆ, ਠੀਕ ਆ ਜੀ। ਪਰ ਦੁਕਾਨਦਾਰਾਂ ਵਾਸਤੇ ਕੁਝ ਨਹੀਂ ਸੋਚਦੀ। ਮੈਂ ਸਰਕਾਰ ਦੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਵੀ ਸਰਕਾਰ ਗਲਤ ਕਰਦੀ ਆ, ਜੋ ਕਰਦੀ ਆ ਠੀਕ ਕਰਦੀ ਆ, ਲੇਕਿਨ ਦੁਕਾਨਦਾਰਾਂ ਬਾਰੇ ਵੀ ਸੋਚੇ। ਦੁਕਾਨਦਾਰਾਂ ਬਾਰੇ ਅੱਜ ਤੱਕ ਸਰਕਾਰ ਨੇ ਕੋਈ ਨਹੀਂ ਸੋਚਿਆ, ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ। ਦੁਕਾਨਦਾਰਾਂ ਬਾਰੇ ਕੁਝ ਨਹੀਂ ਸੋਚਿਆ ਵੀ ਦੁਕਾਨਦਾਰ ਕੀ ਕਰੂਗਾ, ਕਿੱਦਾਂ ਕਰੂਗਾ, ਗਰੀਬ ਬੰਦਾ ਕਿੱਥੇ ਜਾਊਗਾ। ਇੱਕ ਵੇਟਰ ਆ ਜਿਹੜਾ ਹੋਟਲ 'ਚ ਕੰਮ ਕਰਦਾ ਜਾਂ ਪੈਲਸਾਂ ਵਿੱਚ ਕੰਮ ਕਰਦਾ, ਕੈਟਰਿੰਗ ਵਾਲੇ ਆ, ਕਈ ਤਰ੍ਹਾਂ ਦੇ ਬੰਦੇ ਆ ਜਿਹੜੇ ਕਿ ਭੁੱਖੇ ਮਰਦੇ ਪਏ। ਹਲਵਾਈ ਲਾ ਲਓ, ਠੀਕ ਆ ਜੀ, ਹਲਵਾਈ ਆ, ਕੱਪੜੇ ਵਾਲੇ ਆ, ਮਨਿਆਰੀ ਵਾਲੇ ਆ, ਛੋਟੇ ਛੋਟੇ ਦੁਕਾਨਦਾਰ ਆ ਜਿਨ੍ਹਾਂ ਦੇ ਕਿਰਾਏ ਦੁਕਾਨਾਂ ਦੇ ਬਹੁਤ ਆ, ਖਰਚੇ ਬਹੁਤ ਆ। ਬਿੱਲ ਤਾਂ ਐਡੇ ਐਡੇ ਵੱਡੇ ਸਰਕਾਰ ਕੱਢ ਕੇ ਦੇ ਦਿੰਦੇ ਬਿਜਲੀ ਦੇ, ਪਰ ਦੁਕਾਨਦਾਰਾਂ ਬਾਰੇ ਕੁਝ ਨਹੀਂ ਸੋਚਿਆ। ਸਰਕਾਰਾਂ ਤੋਂ ਤੁਹਾਡੀ ਕੀ ਮੰਗ ਆ? ਮੇਰੀ ਇਹੀ ਮੰਗ ਆ, ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵੀ ਪੰਜਾਬ ਸਰਕਾਰ ਪੈਲਸ ਖੋਲੇ, ਵਿਆਹਾਂ ਵਿੱਚ ਗੈਦਰਿੰਗ ਦੀ ਘੱਟ ਤੋਂ ਘੱਟ 200 ਬੰਦੇ ਦੀ ਗੈਦਰਿੰਗ ਹੋਵੇ, ਜਿਹਦੇ ਨਾਲ ਬਾਜ਼ਾਰ ਖੁਸ਼ਹਾਲ ਹੋਵੇ। ਬਾਜ਼ਾਰ 'ਚ ਹਰ ਤਬਕਾ ਹੁੰਦਾ ਆ, ਛੋਟਾ ਵੱਡਾ, ਅਮੀਰ ਗਰੀਬ, ਸਾਰੇ ਖੁਸ਼ ਰਹਿਣ। ਮੈਂ ਸਰਕਾਰ ਕੇ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵਿਆਹ ਦੇ ਵਿੱਚ ਘੱਟ ਤੋਂ ਘੱਟ 200 ਬੰਦੇ ਦੀ ਗੈਦਰਿੰਗ।
ਆਓ ਆਪਾਂ ਹੁਣ ਚੱਲਦੇ ਹਾਂ ਹੋਰ ਦੁਕਾਨਾਂ ਤੇ, ਉਹਨਾਂ ਕੋਲ ਵੀ ਉਹਨਾਂ ਦੇ ਵਿਊ ਪੁੱਛਦੇ ਹਾਂ ਕਿ ਉਹਨਾਂ ਤੇ ਕੀ ਇਫੈਕਟ ਪਿਆ ਇਸ ਕਰੋਨਾ ਦਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਕਾਲ ਚੱਲ ਰਿਹਾ ਆ, ਠੀਕ ਆ, ਪਿਛਲੇ 6 ਮਹੀਨਿਆਂ ਤੋਂ ਲੋਕਡਾਊਨ ਲੱਗਾ ਹੋਇਆ। ਇਸ ਦੌਰਾਨ ਤੁਹਾਡੇ ਦੁਕਾਨ ਤੇ ਕਿੱਦਾਂ ਮਤਲਬ ਮੰਦੀ ਦੇ ਹਾਲਾਤ ਰਹੇ ਆ ਕਿ ਤੁਸੀਂ ਆਪਣੇ ਖਰਚੇ ਵੀ ਪੂਰੇ ਕਰ ਸਕੇ ਆ ਕਿ ਨਹੀਂ? ਬਿਲਕੁਲ ਵੀ ਨਹੀਂ ਜੀ, ਬਹੁਤ ਬੁਰਾ ਹਾਲ ਆ। ਦੇਖਿਆ ਜਾਵੇ ਤਾਂ ਕਿਸੇ ਆਪਦੇ ਵਰਕਰ ਦੇ ਵੀ ਖਰਚੇ ਨਹੀਂ ਪੂਰੇ ਕਰ ਪਾ ਰਹੇ, ਕਸਟਮਰ ਬਿਲਕੁਲ ਨਹੀਂ ਆ ਰਿਹਾ, ਖਾਲੀ ਬਾਜ਼ਾਰ ਪਏ ਆ, ਬਿਲਕੁਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਖਾਲੀ ਬੈਠੇ ਰਹਿੰਦੇ ਆ। ਉਲਟਾ ਲਾਈਟਾਂ ਦਾ ਖਰਚਾ ਸਾਡੇ ਸਿਰ ਤੇ, ਬਿਲਡਿੰਗ ਦਾ ਖਰਚਾ ਸਾਡੇ ਸਿਰ ਤੇ, ਬਿਲਕੁਲ ਵੀ ਕੰਮ ਨਹੀਂ ਹੈਗਾ। ਗਵਰਨਮੈਂਟ ਮੂਹਰੇ ਬੇਨਤੀ ਹੈ ਕਿ ਸਾਰੇ ਫੰਕਸ਼ਨ ਓਪਨ ਕੀਤੇ ਜਾਣ, ਗਾਹਕ ਕਸਟਮਰ ਬਾਜ਼ਾਰ ਦੇ ਵਿੱਚ ਆਵੇ ਤੇ ਸਾਰਿਆਂ ਦੇ ਖਰਚੇ ਪੂਰੇ ਹੋਣ। ਸਰ ਜਿੱਦਾਂ ਹੁਣ ਕਰੋਨਾ ਲਗਾਤਾਰ ਵੱਧ ਰਿਹਾ ਆ, ਤੁਸੀਂ ਮਤਲਬ ਇਦਾਂ ਇਦਾਂ ਕਹਿ ਸਕਦੇ ਹੋ ਕਿ ਫੰਕਸ਼ਨ ਓਪਨ ਕਰ ਦੇਵੇ, ਇਦਾਂ ਕਰੋਨਾ ਦਾ ਖਤਰਾ ਹੋਰ ਵਧੂਗਾ ਨਹੀਂ? ਉਹ ਸੇਫਟੀ ਸਾਰੇ ਆਪਦੇ ਹੱਥ ਆ ਜੀ, ਜਿੰਨਾ ਵੀ ਜੇ ਇਹ ਹਾਰ ਰਿਹਾ ਤਾਂ ਫਿਰ ਕਰੋਨਾ ਤਾਂ ਘਰਾਂ 'ਚ ਵੀ ਜਾ ਸਕਦਾ। ਹੁਣ ਵੀ ਹਾਲ ਦੇਖ ਲਓ, ਬਾਜ਼ਾਰ 'ਚ ਲੋਕ ਤੁਰੇ ਫਿਰਦੇ ਨੇ ਪਰ ਸ਼ਾਪਸ ਤੇ ਕੋਈ ਨਹੀਂ ਆ ਰਿਹਾ। ਉਦਾਂ ਤੁਸੀਂ ਬਾਜ਼ਾਰ ਦੇਖੋ, ਸਾਰੇ ਫੁੱਲ ਭਰੇ ਤੇ ਭਰੇ ਆ, ਪਰ ਦੁਕਾਨਦਾਰ ਸਾਰੇ ਸ਼ਾਮ ਨੂੰ ਉਦਾਂ ਹੀ ਵਾਪਸ ਜਾ ਰਹੇ ਆ ਬੈਠ ਕੇ। ਸਰ ਗਰੀਬਾਂ ਨੂੰ ਵੀ ਉਹਨਾਂ ਦੇ ਹੱਕ ਨਹੀਂ ਮਿਲ ਰਹੇ, ਇਸ ਬਾਰੇ ਤੁਹਾਡਾ ਕੀ ਕਹਿਣਾ ਆ? ਦੇਖੋ ਜੀ, ਗਰੀਬਾਂ ਦੇ ਨਾਲ ਅਸੀਂ ਆ, ਸਾਡੇ ਨਾਲ ਗਰੀਬ ਆ, ਸਾਡੇ ਦੋਨਾਂ ਦਾ ਬੁਰਾ ਹਾਲ ਆ, ਇਹਦਾ ਹੱਲ ਕੋਈ ਨਹੀਂ ਕਰ ਪਾ ਰਿਹਾ। ਸਰ ਵਪਾਰ ਵਰਗ ਤਾਂ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਸਰਵਾਈਵ ਕਰਦਾ ਪਿਆ ਆ, ਪਰ ਗਰੀਬ ਦਾ ਇਸ ਟਾਈਮ ਮਾੜਾ ਹਾਲ ਹੋਇਆ ਪਿਆ ਆ, ਉਹ ਆਤਮ ਹੱਤਿਆ ਕਰਨ ਦੀ ਕਗਾਰ ਤੱਕ ਪਹੁੰਚ ਚੁੱਕਿਆ ਆ। ਇਸ ਲਈ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ, ਅਸੀਂ ਕਹਿੰਦੇ ਆ ਸਰਕਾਰ ਗਰੀਬਾਂ ਨਾਲ ਵੀ ਖੜੇ, ਸਾਡੇ ਨਾਲ ਵੀ ਖੜੇ। ਠੀਕ ਹੈ, ਗਰੀਬਾਂ ਦਾ ਬਹੁਤ ਬੁਰਾ ਹਾਲ ਆ, ਬਟ ਸਾਡੇ ਬਾਰੇ ਵੀ ਕੋਈ ਨਹੀਂ ਜਾਣਦਾ ਕਿ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਨਹੀਂ ਤੁਹਾਨੂੰ ਪ੍ਰੋਬਲਮ ਕੀ ਆ। ਤੁਸੀਂ ਬਾਜ਼ਾਰ ਦਾ ਹਾਲ ਦੇਖ ਲਓ, ਇੱਥੇ ਬਹਿ ਕੇ ਦੇਖੋ, ਇੱਕ ਦਿਨ ਇੱਥੇ ਅਸੀਂ ਕਿੰਨੇ ਪੈਸੇ ਵੱਟ ਕੇ ਜਾ ਰਹੇ ਆ। ਉਲਟਾ ਪੱਲੋਂ ਦੇ ਕੇ ਮੁੰਡਿਆਂ ਦੇ ਖਰਚੇ ਤੱਕ ਅਸੀਂ ਕੋਲੋਂ ਦੇ ਰਹੇ ਆ। ਸਾਨੂੰ ਇਹ ਕੱਲ ਨਹੀਂ ਤਾਂ ਪਰਸੋਂ ਨਹੀਂ ਤਾਂ ਚੌਥੇ ਖੁੱਲੂ ਜ਼ਰੂਰ, ਪਰ ਖੁੱਲ ਕੇ ਵੀ ਬਹੁਤ ਬੁਰਾ ਹਾਲ ਆ। ਸਰਕਾਰ ਨੇ ਦੁਕਾਨਦਾਰਾਂ ਵਰਗ ਲਈ ਸ਼ਨੀਵਾਰ ਦਾ ਲੋਕਡਾਊਨ ਵੀ ਖੋਲਤਾ ਆ ਤੇ 6:30 ਤੋਂ ਟਾਈਮਿੰਗ ਵਧਾ ਕੇ ਵੀ 9 ਵਜੇ ਤੱਕ ਕਰਤੀ ਆ। ਉਹ ਤਾਂ ਕੋਈ ਫਾਇਦਾ ਨਹੀਂ ਹੋਇਆ ਜੀ। ਦੇਖੋ 3 ਘੰਟੇ ਵਧਾ ਤਾਂ ਦਿੱਤੇ ਆ, ਪਰ ਕਸਟਮਰ ਬਿਲਕੁਲ ਬਾਜ਼ਾਰ ਦੇ ਵਿੱਚ ਨਹੀਂ ਹੈ। ਕਸਟਮਰ ਹੋਣਾ ਚਾਹੀਦਾ ਸੀ। ਕਹਿੰਦੇ ਫੰਕਸ਼ਨ ਦੇ ਮੈਂਬਰ ਵਧਾਏ ਜਾਣ ਕਿ ਪ੍ਰੋਪਰ ਦੇ ਵਿੱਚ ਆਏ ਆ, ਜਿੰਨੇ ਵੀ ਮੈਂਬਰ ਹੋਣ ਉਹ ਫਿਰ ਸਾਰੇ ਸ਼ਾਪਿੰਗ ਕਰਨ, ਫਿਰ ਜਾ ਕੇ ਕਿਤੇ ਦੁਕਾਨਦਾਰਾਂ ਦਾ ਕੋਈ ਹੱਲ ਹੋਊਗਾ। ਆਖਰ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਬਸ ਇਹੀ ਚਾਹੁੰਦੇ ਆ ਕਿ ਸਾਡੀ ਹੈਲਪ ਕੀਤੀ ਜਾਵੇ, ਕਸਟਮਰ ਬਾਜ਼ਾਰ ਆਵੇ, ਅਸੀਂ ਹੈਪੀ ਜਾਈਏ, ਹੈਪੀ ਆਈਏ। ਹੁਣ ਅਸੀਂ ਪਹੁੰਚੇ ਹਾਂ ਹੋਰ ਦੁਕਾਨ ਤੇ, ਹੁਣ ਇੱਥੇ ਦੇ ਮਾਲਕ ਨੂੰ ਪੁੱਛਾਂਗੇ ਕਿ ਉਹਨਾਂ ਦੀ ਦੁਕਾਨ ਦੇ ਕੀ ਹਾਲ ਆ, ਕਰੋਨਾ ਕਾਲ 'ਚ ਉਹਨਾਂ ਦੇ ਖਰਚੇ ਵੀ ਪੂਰੇ ਹੋਏ ਆ ਕਿ ਨਹੀਂ ਹੋਏ ਆ। ਹੁਣ ਅਸੀਂ ਗੱਲ ਕਰਦੇ ਹਾਂ ਦੁਕਾਨ ਦੇ ਮਾਲਕ ਨਾਲ। ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕਰੋਨਾ ਕਾਲ ਚੱਲ ਰਿਹਾ, ਪਿਛਲੇ 6 ਮਹੀਨੇ ਤੋਂ ਲੋਕਡਾਊਨ ਲੱਗਾ ਹੋਇਆ ਆ, ਤੇ ਇਸ ਦੌਰਾਨ ਤੁਹਾਡੀ ਦੁਕਾਨ ਤੇ ਕਿੱਦਾਂ ਦਾ ਹਾਲਾਤ ਰਹੇ, ਮੰਦੀ ਰਹੀ ਕਿ ਤੁਹਾਡਾ ਐਵਰੇਜ ਰਿਹਾ ਆ ਕੰਮ? ਮੈਡਮ ਜੀ, ਪਹਿਲੇ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਜਦੋਂ ਕਿਹਾ ਕਿ ਲੋਕਡਾਊਨ ਲਾਇਆ ਜਾਵੇ, ਅਸੀਂ ਉਹਨਾਂ ਦਾ ਪੂਰਨ ਸਮਰਥਨ ਕੀਤਾ। ਉਹਨਾਂ ਦੇ ਨਾਲ ਸਹਿਯੋਗ ਕਰਕੇ ਅਸੀਂ ਦੁਕਾਨਾਂ ਬੰਦ ਰੱਖੀਆਂ, ਸਾਰੇ ਦੁਕਾਨਦਾਰਾਂ ਨੇ। ਪਰ ਜਦੋਂ ਉਹਨਾਂ ਨੇ ਖੋਲ੍ਹਿਆ ਦੁਕਾਨਾਂ ਤੇ ਅਸੀਂ ਦੁਕਾਨ ਤੇ ਆਏ ਹਾਂ, ਪਰ ਹੁਣ ਸਾਨੂੰ ਇੰਨੀ ਕੁ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਇੱਥੇ ਗਾਹਕ ਨਹੀਂ ਹੈਗਾ। ਸਾਰੇ ਦੁਕਾਨਦਾਰ ਟੋਟਲੀ ਵਿਹਲੇ ਬੈਠੇ ਹੋਏ ਆ। ਸਰਕਾਰ ਨੇ ਇੱਕ ਪਾਸੇ ਤਾਂ ਸਕੂਲ ਦੀਆਂ ਫੀਸਾਂ ਵੀ ਲੈ ਲਈਆਂ, ਬਿੱਲ ਵੀ ਲੈ ਲਏ, ਸਭ ਕੁਝ ਸਾਡੇ ਕੋਲ ਲੈ ਰਹੀ ਆ, ਪਰ ਉਹਦੇ ਨਾਂ ਤੇ ਸਾਨੂੰ ਦੇ ਕੁਛ ਨਹੀਂ ਰਹੀ। ਚੰਦੇ ਦੇ ਨਾਂ ਤੇ ਵੀ ਦੁਕਾਨਦਾਰਾਂ ਕੋਲ ਇਕੱਠਾ ਕੀਤਾ ਜਾਂਦਾ ਆ, ਫੀਸਾਂ ਵੀ ਦੁਕਾਨਦਾਰਾਂ ਕੋਲ ਲਈਆਂ ਜਾਂਦੀਆਂ ਆ, ਪਰ ਸਾਡੇ ਕੋਲ ਸਾਨੂੰ ਦੇ ਕੀ ਰਹੀ ਆ? ਸਾਨੂੰ ਤਾਂ ਕੁਛ ਵੀ ਨਹੀਂ ਦੇ ਰਹੀ। ਅਸੀਂ ਤਾਂ ਉਹਨਾਂ ਕੋਲ ਗੁਜ਼ਾਰਿਸ਼ ਕਰਦੇ ਹਾਂ ਕਿ ਸਾਨੂੰ ਸਹਿਯੋਗ ਕੀਤਾ ਜਾਵੇ, ਸਾਡੇ ਜਾਂ ਤਾਂ ਟੈਕਸ ਮਾਫ ਕੀਤੇ ਜਾਣ, ਬਿਜਲੀ ਦੇ ਬਿੱਲ ਮਾਫ ਕੀਤੇ ਜਾਣ, ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ। ਸਾਨੂੰ ਤਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਬਹੁਤ ਔਖਾ ਹੋਇਆ ਆ। ਸਰ ਜਿੱਦਾਂ ਕਿ ਹੁਣ ਗਾਹਕ ਪਿੰਡਾਂ ਤੋਂ ਕਾਫੀ ਆਂਦਾ ਆ ਤੇ ਪੁਲਿਸ ਵਾਲੇ ਜਗ੍ਹਾ ਤੇ ਨਾਕੇ ਲੱਗੇ ਹੋਏ ਆ ਤੇ ਪਿੰਡਾਂ ਵਾਲੇ ਡਰਦੇ ਮਾਰੇ ਆਂਦੇ ਨਹੀਂ ਬਾਜ਼ਾਰ ਵਿੱਚ, ਇਹਦੇ ਲਈ ਸਰਕਾਰ ਤੋਂ ਤੁਹਾਡਾ ਕੀ ਮੰਗ? ਸਾਡੇ ਕੋਲ ਜਿਹੜਾ ਵੀ ਕਸਟਮਰ ਆਂਦੇ ਆ, ਜਾਂ ਤਾਂ ਉਹ ਬਾਈਕ ਤੇ ਆਂਦੇ ਆ ਜਾਂ ਗੱਡੀਆਂ 'ਚ ਆਂਦੇ ਆ। ਗੱਡੀਆਂ ਦੇ ਵਿੱਚ ਸਰਕਾਰ ਨੇ ਕਹਿਤਾ ਹੈ ਜੀ 4 ਬੰਦੇ ਨਹੀਂ ਬੈਠ ਸਕਦੇ, ਬਾਈਕ ਦੇ ਉੱਪਰ 1 ਬੰਦਾ ਹੀ ਬੈਠੇਗਾ, ਤੇ ਉਹ ਕਸਟਮਰ ਕਿੱਦਾਂ ਸਾਡੇ ਕੋਲ ਪਹੁੰਚੂਗਾ? ਜੇ ਚੌਥਾ ਬੰਦਾ ਬੈਠਾ ਆ, ਫੈਮਿਲੀ ਦਾ ਮੈਂਬਰ ਆ, ਉਹ ਤਾਂ ਨਹੀਂ ਕਰੋਨਾ ਫੈਲਾ ਰਿਹਾ। 4 ਬੰਦੇ ਕਿੱਦਾਂ ਕਰੋਨਾ ਫੈਲਾ ਦੂਗੇ? ਜੇ 3 ਬੰਦੇ ਬੈਠੇ ਆ ਤੇ ਕਹਿੰਦੇ ਕਰੋਨਾ ਨਹੀਂ ਫੈਲੇਗਾ। ਇਹਦਾ ਹੱਲ ਗਵਰਨਮੈਂਟ ਕੱਢੇ। ਇਹ ਇਦਾਂ ਦੇ ਕੰਮ ਨਾ ਕਰੋ ਤਾਂ ਜੋ ਗਾਹਕ ਸਾਡੇ ਕੋਲ ਪ੍ਰੋਪਰ ਤੌਰ ਤੇ ਸਾਡੇ ਕੋਲ ਪਹੁੰਚ ਸਕੇ। ਜਿਵੇਂ ਕਿ ਅਸੀਂ ਦੇਖਿਆ ਕਿ ਪੁਲਿਸ ਵੱਲੋਂ ਕੋਈ ਨਾ ਕੋਈ ਵਾਹਨ ਹਰ ਟਾਈਮ ਰੋਕਿਆ ਹੁੰਦਾ ਆ, ਲੋਕਾਂ ਦੇ ਚਲਾਨ ਕੱਟਦੇ ਪਏ, ਗਰੀਬਾਂ ਦੇ ਚਲਾਨ ਕੱਟੇ ਜਾ ਰਹੇ ਆ, ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਆ? ਦੇਖੋ ਜੀ, ਜਿੱਥੋਂ ਤੱਕ ਤੇ ਪ੍ਰਸ਼ਾਸਨ ਦੀ ਗੱਲ ਆ, ਕਿਤੇ ਨਾ ਕਿਤੇ ਉਹ ਸਹੀ ਵੀ ਆ, ਬਟ ਕਿਤੇ ਉਹ ਧੱਕਾ ਵੀ ਕਰਦੇ ਆ। ਜਿਹੜੇ ਨਜਾਇਜ਼ ਧੱਕਾ ਕਰਦੇ ਪੁਲਿਸ ਕਰਮੀ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਸ ਤਰ੍ਹਾਂ ਨਾ ਕਰੋ ਔਰ ਸਹਿਯੋਗ ਕਰੋ ਤਾਂ ਜੋ ਸਾਰਿਆਂ ਦਾ ਮਿਲ ਜੁਲ ਕੇ ਕੰਮ ਚੱਲ ਸਕੇ। ਜਦੋਂ ਇਹ ਨਜਾਇਜ਼ ਧੱਕਾ ਕਰਦੇ ਆ, ਉਹਦੇ ਕਰਕੇ ਜਿਹੜਾ ਸਹੀ ਬੰਦਾ ਵੀ ਹੁੰਦਾ ਆ, ਉਹ ਉਹਨਾਂ ਨੂੰ ਦੇਖ ਕੇ ਡਰ ਜਾਂਦਾ ਆ ਤੇ ਪਿੱਛੇ ਨੂੰ ਮੁੜ ਜਾਂਦਾ ਆ, ਤਾਂ ਜੋ ਕਸਟਮਰ ਸਾਡੇ ਕੋਲ ਪ੍ਰੋਪਰ ਤੌਰ ਤੇ ਨਹੀਂ ਪਹੁੰਚ ਰਿਹਾ ਬਾਜ਼ਾਰਾਂ ਦੇ ਵਿੱਚ। ਜਿਵੇਂ ਕਿ ਗਰੀਬਾਂ ਨੂੰ ਵੀ ਉਹਨਾਂ ਦਾ ਹੱਕ ਨਹੀਂ ਮਿਲਦਾ ਪਿਆ, ਕਈ ਗਰੀਬ ਵੀ ਭੁੱਖੇ ਮਰ ਰਹੇ ਆ
ਤੇ ਵਪਾਰ ਵਰਗ ਤਾਂ ਫਿਰ ਵੀ ਸਰਵਾਈਵ ਕਰ ਸਕਦਾ ਪਿਆ ਆ, ਪਰ ਗਰੀਬਾਂ ਦਾ ਤਾਂ ਬਹੁਤ ਹੀ ਮਾੜਾ ਹਾਲ ਆ। ਗਰੀਬਾਂ ਦਾ ਵੀ ਬਹੁਤ ਬੁਰਾ ਹਾਲ ਹੈ ਜੀ, ਪਰ ਗਵਰਨਮੈਂਟ ਜਾਂ ਸੁਸਾਇਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਹੈਲਪ ਕਰ ਦਿੰਦੀਆਂ ਆ, ਪਰ ਸਾਡੇ ਵਰਗੇ ਜਿਹੜੇ ਮਿਡਲ ਕਲਾਸ ਬੰਦੇ ਆ ਉਹ ਕਿੱਥੇ ਜਾਣ। ਜੇ ਗਰੀਬ ਵਾਸਤੇ ਮਦਦ ਮੰਗੀ ਜਾਂਦੀ ਹੈ ਤਾਂ ਵੀ ਦੁਕਾਨਦਾਰਾਂ ਕੋਲ ਆਇਆ ਜਾਂਦਾ ਆ, ਜੇ ਕਿਤੇ ਦਾਨ ਦੇਣਾ ਆ, ਗਵਰਨਮੈਂਟ ਨੇ ਫੰਡ ਲੈਣਾ ਆ ਤਾਂ ਵੀ ਦੁਕਾਨਦਾਰਾਂ ਕੋਲ ਮੰਗਿਆ ਜਾਂਦਾ ਆ, ਪਰ ਦੁਕਾਨਦਾਰ ਆਪ ਆਪਣੇ ਪਰਿਵਾਰ ਪਾਲਣ ਲਈ ਕਿਹਦੇ ਕੋਲ ਮੰਗੇ। ਸਾਨੂੰ ਇਸ ਦਾ ਗੱਲ ਦਾ ਜਵਾਬ ਦੇਵੇ ਗਵਰਨਮੈਂਟ ਕਿ ਅਸੀਂ ਕਿਹਦੇ ਕੋਲ ਜਾਈਏ। ਪਰ ਹੁਣ ਸਰਕਾਰ ਵੱਲੋਂ ਰੋਜ਼ ਨਵੀਆਂ ਗਾਈਡਲਾਈਨਸ ਆਉਂਦੀਆਂ ਆ, 6:30 ਵਜੇ ਤੋਂ ਟਾਈਮ ਵਧਾ ਕੇ 9 ਵਜੇ ਤੱਕ ਕਰ ਦਿੱਤਾ ਆ, ਤੇ ਇਸ ਤੋਂ ਤੁਹਾਡੀ ਦੁਕਾਨਦਾਰੀ ਨੂੰ ਕੋਈ ਫਰਕ ਪਿਆ ਆ, ਤੁਹਾਡੇ ਵਪਾਰ ਨੂੰ ਕੋਈ ਫਰਕ ਪਿਆ? ਸਾਡੇ ਕੋਲ ਜਿਹੜੇ ਕਸਟਮਰ ਆਉਂਦੇ ਆ ਉਹ ਮਤਲਬ ਜੌਬ ਕਰਦੇ ਆ, ਜੌਬ ਤੋਂ ਬਾਅਦ ਉਹ ਵਿਹਲੇ ਹੋ ਕੇ ਘਰ ਤੋਂ ਸਾਡੀ ਦੁਕਾਨ ਤੇ ਆਉਂਦੇ ਆ, ਪਰ ਜਦੋਂ ਉਹਨਾਂ ਦਾ ਦੁਕਾਨ ਤੇ ਆਉਣ ਦਾ ਟਾਈਮ ਹੁੰਦਾ ਆ ਉਦੋਂ ਲੋਕਡਾਊਨ ਲੱਗ ਜਾਂਦਾ ਸੀਗਾ, ਪਰ ਹੁਣ ਕਰਤਾ ਦਿੱਤਾ ਉਹਨਾਂ ਨੇ 9 ਵਜੇ ਤੱਕ ਦਾ ਟਾਈਮ, ਪਰ ਸਾਡੇ ਕੋਲ ਗਾਹਕ ਨਹੀਂ ਪਹੁੰਚ ਰਿਹਾ। ਅਸੀਂ ਤਾਂ ਇਹ ਕਹਿੰਦੇ ਆ ਕਿ ਗਾਹਕ ਸਾਡੇ ਕੋਲ ਜ਼ਿਆਦਾ ਤੋਂ ਜਾਵੇ, ਇੱਥੇ ਅਸੀਂ ਪੂਰਾ ਧਿਆਨ ਰੱਖਦੇ ਆ, ਇhtiyਾਤ ਰੱਖਦੇ ਆ, ਔਰ ਇੱਕ ਕਸਟਮਰ ਹੀ ਅੰਦਰ ਆਉਂਦਾ ਆ ਸਾਡੇ ਕੋਲ। ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਅਸੀਂ ਇਹੀ ਗੁਜ਼ਾਰਿਸ਼ ਕਰਦੇ ਆ ਕਿ ਹੁਣ ਫੰਕਸ਼ਨ ਖੋਲ੍ਹੇ ਜਾਣ ਪੈਲਸਾਂ ਦੇ ਵਿੱਚ, ਜਿੱਥੇ 30 ਬੰਦਿਆਂ ਦੀ ਗੈਦਰਿੰਗ ਹੈ ਉੱਥੇ ਵਧਾ ਕੇ 200 ਬੰਦੇ ਦੀ ਗੈਦਰਿੰਗ ਕੀਤੀ ਜਾਵੇ, ਤਾਂ ਜੋ ਹਰ ਪਰਿਵਾਰ ਦੇ ਮੈਂਬਰ ਆਪਣੇ ਲਈ ਸ਼ੋਪਿੰਗ ਕਰਨ ਲਈ ਬਾਜ਼ਾਰਾਂ 'ਚ ਆ ਸਕਣ। ਉਹਨਾਂ ਦੇ ਨਾਲ ਹੀ ਸਾਡਾ ਰੋਜ਼ਗਾਰ ਚੱਲੇਗਾ। ਅਸੀਂ ਇਹ ਮੰਗ ਕਰਦੇ ਹਾਂ ਕਿ ਗੈਦਰਿੰਗ ਵਧਾਈ ਜਾਵੇ। ਜਿਵੇਂ ਕਿ ਸਰ ਤੁਹਾਨੂੰ ਪਤਾ ਆ ਕਿ ਕਰੋਨਾ ਕਾਲ ਚੱਲ ਰਿਹਾ ਹੈ, ਇਸ ਕਰੋਨਾ ਕਾਲ ਦੌਰਾਨ ਤੁਹਾਨੂੰ ਕਿੰਨੀ ਕੁ ਮੰਦੀ ਦਾ ਸਾਹਮਣਾ ਕਰਨਾ ਪਿਆ? ਮੰਦੀ ਤਾਂ ਇੰਨੀ ਕਾ ਜੀ ਕਿ ਰੋਟੀ ਚਲਾਣੀ ਸਾਡੀ ਮੁਸ਼ਕਲ ਹੋ ਗਈ ਘਰਾਂ ਦੀ, ਬਹੁਤ ਪਰੇਸ਼ਾਨ ਆ ਸਾਰੀ, ਇੰਨੇ ਕੁ ਪਰੇਸ਼ਾਨ ਆ ਕਿ ਸਾਰੀ ਦਿਹਾੜੀ ਵਿਹਲੇ ਬਹਿ ਕੇ ਚੱਲ ਜੀਦਾ, ਬੋਣੀ ਤੱਕ ਨਹੀਂ ਹੁੰਦੀ, ਇੰਨਾ ਕੁ ਪਰੇਸ਼ਾਨੀ ਆ। ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਰੇ ਜਿੱਦਾਂ ਵਿਆਹ ਸ਼ਾਦੀਆਂ ਦੇ ਵਿੱਚ ਜਿੱਦਾਂ ਪੈਲਸਾਂ ਵਗੈਰਾ ਦੇ ਕੰਮ ਇਹ ਸਾਰੇ ਖੋਲ੍ਹਣੇ ਚਾਹੀਦੇ ਆ ਕਿ ਜਿਹਦੇ ਨਾਲ ਸਾਡੀ ਦੁਕਾਨ ਤੇ ਕੋਈ ਕਸਟਮਰ ਆਵੇ। ਸਾਡੀ ਦੁਕਾਨ ਤੇ ਕਸਟਮਰ ਹੀ ਨਹੀਂ ਆਉਂਦਾ, ਸਾਰੀ ਦਿਹਾੜੀ ਵਿਹਲੇ ਬਹਿ ਕੇ ਚੱਲ ਜੀਦਾ, ਬਹੁਤ ਪਰੇਸ਼ਾਨ ਹੈ, ਬਹੁਤ ਜ਼ਿਆਦਾ ਪਰੇਸ਼ਾਨੀ, ਬਹੁਤ ਜ਼ਿਆਦਾ। ਪਰ ਸਰਕਾਰ ਵੱਲੋਂ ਵਪਾਰ ਵਰਗ ਨੂੰ ਦੇਖ ਕੇ ਹੀ ਸ਼ਨੀਵਾਰ ਦਾ ਲੋਕਡਾਊਨ ਖੋਲ ਦਿੱਤਾ ਹੈ ਉਹਨਾਂ ਨੇ। ਕੋਈ ਫਰਕ ਨਹੀਂ ਪਿਆ ਜੀ, ਜਾਂ ਵੀ 5 ਪੈਸੇ ਫਰਕ ਪਿਆ ਜੀ। ਉਹ ਵੀ ਸ਼ਨੀਵਾਰ ਜਿਹੜੇ ਆਪਣੇ ਨੌਕਰੀ ਪੇਸ਼ੇ ਵਾਲੇ ਆਦਮੀ ਕਹਿ ਦਿੰਦੇ ਆ, ਸਰਵਿਸਮੈਨ ਆ, ਉਹ ਸ਼ਨੀਵਾਰ ਛੁੱਟੀ ਹੁੰਦੀ ਉਹਨਾਂ ਦੀ ਆ ਜਾਂਦੇ, ਬਾਕੀ ਤਾਂ ਕੋਈ ਫਰਕ ਨਹੀਂ। ਪਿੰਡ ਦੇ ਵਿੱਚੋਂ ਕੋਈ ਗਾਹਕ ਨਹੀਂ ਆਉਂਦਾ। ਕੀ ਤੁਹਾਡੇ ਖਰਚੇ ਪੂਰੇ ਹੁੰਦੇ ਪਏ ਆ? ਇੱਥੇ ਪੂਰੇ ਹੁੰਦੇ ਜੀ ਨਹੀਂ, ਬਿਲਕੁਲ ਕਾਰੋਬਾਰ ਤਾਂ ਬਿਲਕੁਲ ਡੈਡ ਹੋਇਆ। ਆਖਰ 'ਚ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਹੈਲਪ ਕਰਨੀ ਚਾਹੀਦੀ ਆ, ਜਿਹੜਾ ਦੁਕਾਨਦਾਰ ਮਾਤੜ ਬੰਦਾ ਸਾਡੇ ਹੈਗਾ ਉਹ ਹੈਲਪ ਕਰਨੀ ਚਾਹੀਦੀ ਆ ਉਹਨਾਂ ਨੂੰ, ਸਰਕਾਰ ਨੂੰ। ਸਰਕਾਰ ਕਰੂਗੀ ਨਹੀਂ ਤਾਂ ਫਿਰ ਬੰਦਾ ਡਾਊਨ ਤੋਂ ਡਾਊਨ ਜਾਈ ਜਾਊਗਾ, ਇਦਾਂ ਕੰਮ ਚੱਲੂਗਾ ਹੀ ਨਹੀਂ। ਕਰੋਨਾ ਨਾਲ ਘੱਟ ਮਰ ਰਹੇ ਆ, ਭੁੱਖਮਰੀ ਨਾਲ ਜ਼ਿਆਦਾ ਮਰ ਜਾਂਦੇ ਲੋਕ। ਇਸ ਟਾਈਮ ਹੈਗਾ ਬਹੁਤ ਔਖਾ, ਕਿਉਂਕਿ ਹੁਣ ਸਾਨੂੰ ਮੇਨਲੀ ਦੁਕਾਨ ਦਾ ਰੈਂਟ ਉਹ ਬਿਲਕੁਲ ਨਹੀਂ ਮਾਫ ਹੋ ਜਾਂਦਾ, ਜਾਂ ਦੁਕਾਨਾਂ ਬੰਦ ਵੀ ਰਹੀਆਂ ਜਾਂ ਹੁਣ ਵੀ ਹੈ ਨਾ, ਤੇ ਇੱਕ ਰੈਂਟ ਦਾ ਬੜਾ ਔਖਾ ਹੋਇਆ, ਕੋਈ ਬਿਜਲੀ ਦੇ ਬਿੱਲ ਨਹੀਂ ਮਾਫ ਹੈਗੇ, ਉੱਪਰ ਦੀ ਹੁਣ ਕੋਈ ਫੰਕਸ਼ਨ ਵਗੈਰਾ ਕੋਈ ਨਹੀਂ ਚੱਲ ਰਿਹਾ, ਨਾ ਕੋਈ ਸਟੂਡੈਂਟ ਵਗੈਰਾ ਆਈਲੈਟ ਕਲਾਸ ਕੁਛ ਵੀ ਨਹੀਂ ਚੱਲ ਰਿਹਾ, ਜਿਹਦੇ ਕਰਕੇ ਕੋਈ ਕਸਟਮਰ ਆ ਨਹੀਂ ਰਿਹਾ। ਬੈਠੇ ਤਾਂ ਹੈਗੇ ਸਵੇਰੇ ਸ਼ਾਮ ਹੁਣ, ਪਰ ਉਹਦਾ ਕੋਈ ਫਾਇਦਾ ਨਹੀਂ ਹੈ, ਕੋਈ ਕਸਟਮਰ ਕੋਈ ਫੰਕਸ਼ਨ ਹੀ ਨਹੀਂ ਹੈਗਾ ਤਾਂ ਕਸਟਮਰ ਆ ਨਹੀਂ ਰਿਹਾ, ਤਾਂ ਬਿਲਕੁਲ ਔਖਾ ਹੀ ਆ। ਹਾਲਾਂਕਿ ਜਿਹੜੇ ਰੈਂਟ ਵਗੈਰਾ ਉਹ ਵੀ ਹੁਣ ਪਾਕਟ 'ਚ ਪੇ ਕਰ ਰਹੇ ਆ ਕਿ ਆਪਣੇ ਘਰ ਦਾ ਖਰਚਾ ਤਾਂ ਕੀ ਨਿਕਲਣਾ ਇੱਥੋਂ, ਔਖਾ ਹੀ ਹੋ ਰਿਹਾ ਹੁਣ ਤਾਂ ਦਿਨੋਂ ਦਿਨ, ਹਜੇ ਕੋਈ ਸੋਲੂਸ਼ਨ ਨਹੀਂ ਲੱਗ ਰਿਹਾ ਕੁਝ ਵੀ। ਸਰ ਜਿੱਦਾਂ ਲੋਕਾਂ ਨੂੰ ਜਿਹੜੇ ਜੌਬ ਕਰਦੇ ਆ ਉਹਨਾਂ ਨੂੰ ਵੀ ਨੌਕਰੀਆਂ ਤੋਂ ਕੱਢਦੇ ਪਏ ਆ, ਤੇ ਉਹ ਉਹਨਾਂ ਕੋਲ ਖਾਣ ਨੂੰ ਪੈਸਾ ਹੈ ਨਹੀਂਗਾ, ਉਹ ਕਿੱਦਾਂ ਆ ਕੇ ਸ਼ਾਪਿੰਗ ਕਰ ਸਕਦੇ ਆ? ਉਹੀ ਗੱਲ ਆ, ਇੱਕ ਦੂਜੇ ਦੇ ਸਾਰੇ ਡਿਪੈਂਡ ਆ, ਇੱਕ ਦੂਜੇ ਤੇ ਡਿਪੈਂਡ ਆ। ਜਿੱਦਾਂ ਉਹਨਾਂ ਨੂੰ ਕੋਈ ਮਿਲੂਗਾ, ਕੋਈ ਸਾਧਨ ਮਿਲੂਗਾ, ਰੋਜ਼ਗਾਰ ਮਿਲੂਗਾ, ਉਹ ਆਉਂਗੇ ਸ਼ਾਪਿੰਗ ਕਰਨ, ਤਾਂ ਸਾਡਾ ਵੀ ਤਾਂ ਹੀ ਸਰਕਲ ਚੱਲਣਾ ਆ। ਇਹਦਾ ਸਾਨੂੰ ਵੀ ਔਖਾ ਹੋਇਆ ਆ, ਕਿਉਂਕਿ ਅਸੀਂ ਵੀ ਰੈਂਟ ਕੱਢਣਾ ਆ, ਆਪਣੇ ਘਰ ਦੇ ਖਰਚੇ ਕਰਨੇ ਆ, ਸਾਨੂੰ ਵੀ ਬਿਲਕੁਲ ਔਖਾ ਹੋਇਆ, ਫੀਸਾਂ ਭਰਨੀਆਂ ਨਾ ਆਪਣੇ ਭਰਾਵਾਂ ਦੀ, ਸਾਰਾ ਔਖਾ ਹੋਇਆ ਆ ਇਸੇ ਕਰਕੇ। ਇਹ ਤਾਂ ਹੁਣ ਦਿਨੋਂ ਦਿਨ ਮੈਨੂੰ ਲੱਗਦਾ ਕਰੋਨਾ ਨਾਲ ਤਾਂ ਨਹੀਂ ਕੋਈ ਬੰਦਾ ਜ਼ਿਆਦਾ ਇਹੀ ਭੁੱਖ ਜਿੱਦਾਂ ਕਹਿ ਦਿੰਦੇ ਆ, ਉਹਨਾਂ ਹੀ ਬੰਦੇ ਨੂੰ ਔਖਾ ਹੋ ਜਾਣਾ ਹੌਲੀ ਹੌਲੀ ਕਿ ਆਪਣਾ ਸਰਕਲ ਕਿੱਦਾਂ ਚਲਾਉਣਾ ਆ, ਰੈਂਟ ਵਗੈਰਾ ਕਿੱਦਾਂ ਕੱਢਣੇ ਆ, ਇਹੀ ਔਖਾ। ਜਿਵੇਂ ਕਿ ਪੁਲਿਸ ਨੇ ਜਗ੍ਹਾ ਤੇ ਨਾਕੇ ਲਾਏ ਆ, ਠੀਕ ਆ, ਮਾੜੇ ਮੋਟੇ ਬੰਦੇ ਨੂੰ ਵੀ ਰੋਕ ਕੇ ਉਹ ਚਲਾਨ ਕੱਢਦੇ ਰਹਿੰਦੇ ਆ। ਕੋਈ ਮਾਤੜ ਬੰਦਾ ਆ, ਕੋਈ ਗਰੀਬ ਪਰਿਵਾਰ ਦਾ ਬੰਦਾ, ਉਹ ਚਲਾਨ ਕਿੱਥੋਂ ਭਰ ਦੂਗਾ? ਹੁਣ ਤਾਂ ਖਾਣਾ ਪੀਣਾ ਔਖਾ ਹੋਇਆ ਪਿਆ ਆ। ਇਹਦੇ ਲਈ ਤੁਹਾਡੇ ਕੀ ਵਿਚਾਰ ਆ? ਇਹਲੇ ਇਹੀ ਹੈ ਕਿ ਪਹਿਲਾਂ ਸਰਕਾਰ ਕੋਈ ਸੋਲੂਸ਼ਨ ਕਰੇ ਹੈ ਨਾ ਸਾਰਿਆਂ ਲਈ, ਕਿ ਕੋਈ ਆਪਸ਼ਨ ਪ੍ਰੋਵਾਈਡ ਕਰੇ ਕੁਝ, ਜਾਂ ਇਹਨਾਂ ਲਈ ਜਿੱਦਾਂ ਹੁਣ ਅੱਜ ਕੱਲ੍ਹ ਕੁਝ ਪੇ ਕਰੇ ਇਹਨਾਂ ਨੂੰ ਨਾ ਬੰਦਿਆਂ ਨੂੰ, ਕਿ ਕੁਛ ਉਹਨਾਂ ਦੇ ਜਿੱਦਾਂ ਸਾਡੇ ਕੋਈ ਰੈਂਟ ਵਗੈਰਾ ਕੋਈ ਅੱਧੇ ਹੁੰਦੇ ਮਾਫ ਹੁੰਦੇ, ਜਾਂ ਕੋਈ ਬਿੱਲ ਕੋਈ ਸਹੂਲਤ ਮਿਲਦੀ ਕਿ ਤੁਹਾਡੇ ਬਿੱਲ ਮਾਫ ਆ ਨਾ, ਤਾਂ ਹੀ ਕੋਈ ਇੱਕ ਦੂਜੇ ਦੇ ਸਾਰਾ ਸੋਲੂਸ਼ਨ ਹੋ ਸਕਦਾ। ਨਹੀਂ ਤਾਂ ਇਦਾਂ ਨਹੀਂ, ਜੇ ਪਹਿਲਾਂ ਹੀ ਔਖੇ ਆ ਬੰਦੇ, ਹੋਰ ਇਦਾਂ ਕੋਈ ਫਾਈਨ ਪਾਈ ਜਾਂਦੇ ਆ ਜਾਂ ਹੋਰ ਕਰਜ਼ੇ ਕੱਢੀ ਜਾਂਦੇ, ਤਾਂ ਔਖਾ ਹੀ ਆ। ਇਦਾਂ ਕੋਈ ਸੋਲੂਸ਼ਨ ਦੱਸੋ ਇਹਦਾ ਕੋਈ? ਪਰ ਜਿੱਦਾਂ ਤੁਸੀਂ ਦੇਖਿਆ ਕਿ ਲੋਕਡਾਊਨ ਵੀ ਸੀਗਾ, ਇਹਦੇ ਵਿੱਚ ਠੇਕੇ ਤਾਂ ਖੁੱਲੇ ਹੀ ਸੀਗੇ। ਬਿਲਕੁਲ ਉਹ ਹਮੇਸ਼ਾ ਜਦੋਂ ਦੇਖੋ ਸ਼ਾਮ ਨੂੰ ਉਹ ਖੁੱਲੇ ਰਹਿੰਦੇ, ਸਾਡੀਆਂ ਦੁਕਾਨਾਂ ਭਾਵੇਂ ਬੰਦ ਟਾਈਮ ਸਿਰ ਹੋਣ,
ਇੱਥੇ ਪੁਲਿਸ ਵੀ ਆ ਜਾਂਦੀ ਬੰਦ ਕਰਾਉਣ, ਪਰ ਜਦੋਂ ਵੀ ਜਾਓ ਠੇਕੇ ਹਮੇਸ਼ਾ ਹੀ ਖੁੱਲ੍ਹੇ ਮਿਲਦੇ, ਤਾਂ ਉੱਥੇ ਕਰਾਊਡ ਵੀ ਮਿਲਦਾ ਹੀ ਮਿਲਦਾ। ਹੋਰ ਵੀ ਕਈ ਜਗ੍ਹਾ ਤੇ ਦੇਖਣ ਨੂੰ ਮਿਲਦਾ ਕਿ ਕਰਾਊਡ ਮਿਲਦਾ ਆ। ਸਾਡੇ ਕਹਿ ਦਿੰਦੇ ਆ ਕਿ ਇੱਥੇ 2 ਤੋਂ ਵੱਧ ਜਣੇ ਨਹੀਂ ਹੋਣੇ ਚਾਹੀਦੇ, ਕੋਈ ਅੰਦਰ ਨਹੀਂ ਜ਼ਿਆਦਾ ਹੋਣੇ ਚਾਹੀਦੇ। ਸਾਨੂੰ ਮਤਲਬ ਇੰਨੇ ਉਹ ਪ੍ਰੀਕਾਸ਼ਨ ਦੱਸ ਦਿੰਦੇ ਕਿ ਇੱਦਾਂ ਕਰੋ। ਬਾਕੀ ਇੱਦਾਂ ਦੀਆਂ ਜਗ੍ਹਾ ਤੇ ਉੱਥੇ ਚੱਲਦਾ ਰਹਿੰਦਾ, ਜਿੱਥੇ ਪਤਾ ਸਰਕਾਰ ਨੂੰ ਮੁਨਾਫੇ ਹੋਣੇ ਆ ਉਹ ਸਭ ਕੁਝ ਚੱਲਦਾ, ਜਿੱਥੇ ਆਮ ਲੋਕਾਂ ਦਾ ਆ ਉੱਥੇ ਬੰਦ ਆ ਸਭ ਕੁਝ। ਪਰ ਹੁਣ ਸਰਕਾਰ ਵਪਾਰ ਵਰਗ ਨੂੰ ਦੇਖਦੇ ਹੋਏ ਉਹਨੇ 6:30 ਤੋਂ 9 ਵਜੇ ਤੱਕ ਟਾਈਮ ਕਰ ਦਿੱਤਾ ਆ ਤੇ ਸੈਟਰਡੇ ਦਾ ਲੋਕਡਾਊਨ ਵੀ ਖੋਲ ਦਿੱਤਾ ਹੈ ਇੱਕ ਤਰ੍ਹਾਂ ਨਾਲ। ਤੇ ਇਹਦੇ ਨਾਲ ਕੀ ਤੁਹਾਡੀ ਦੁਕਾਨ ਦੀ ਗਾਹਕੀ ਤੇ ਕੋਈ ਫਰਕ ਪਿਆ ਆ? ਨਹੀਂ, ਉਹ ਤਾਂ ਇਹ ਤਾਂ ਕੋਈ ਅਸਰ ਨਹੀਂ ਪਿਆ। ਉਹ ਤਾਂ ਹੀ ਪੈਣਾ ਜੇ ਫੰਕਸ਼ਨ ਵਗੈਰਾ ਚੱਲੂਗੇ। ਕੋਈ ਫੰਕਸ਼ਨ ਨਹੀਂ ਜਾ ਰਿਹਾ, ਕੋਈ ਆਈਲੈਟ ਕਲਾਸਾਂ, ਕਿਉਂਕਿ ਜਦੋਂ ਪਿੰਡਾਂ ਵਾਲੇ ਸ਼ਹਿਰਾਂ 'ਚ ਆਉਣਗੇ, ਕੋਈ ਸ਼ਾਪਿੰਗ ਕਰਨਗੇ, ਕੁਝ ਪ੍ਰੋਗਰਾਮ ਚੱਲਣਗੇ ਤਾਂ ਹੀ ਉਹ ਨਹੀਂ ਆਉਣਾ। ਇਹ ਤਾਂ ਕਿਸੇ ਨੇ ਗੱਲ ਘਰੋਂ ਨਿਕਲਣਾ। ਇਹ ਤਾਂ ਸਿਰਫ ਸਾਨੂੰ ਬਸ ਉੱਦਾਂ ਹੀ ਆਫ ਦੇਣ ਲਈ ਆ ਕਿ ਹਾਂ ਤੁਸੀਂ ਖੋਲ੍ਹ ਲਓ, ਬਹਿ ਜਾਓ। ਅਸੀਂ ਵੀ ਤਾਂ ਬੈਠਾ, ਕੋਈ ਆਊਗਾ ਤਾਂ ਹੀ ਹਾਂ, ਨਹੀਂ ਤਾਂ ਅਸੀਂ ਬੈਠੇ ਨੇ ਕੀ ਕਰਨਾ ਇੱਥੇ। ਕੋਈ ਆਵੇ ਸ਼ਾਪਿੰਗ ਕਰਨ ਆਵੇ, ਜਾਂ ਫੰਕਸ਼ਨ ਕੋਈ ਚੱਲਣ, ਕੋਈ ਤਿਉਹਾਰ, ਕੁਛ ਨਹੀਂ, ਸਭ ਕੁਝ ਤਾਂ ਬੰਦ ਆ। ਵਿਆਹਾਂ ਦੇ ਇੰਨੇ ਬੰਦੇ ਆ, ਬਾਕੀ ਭਾਵੇਂ ਜੋ ਮਰਜ਼ੀ ਘੱਟ ਹੋਵੇ, ਵਿਆਹਾਂ ਦੇ ਜਿੱਥੇ ਪਤਾ ਕਿ ਲੋਕਾਂ ਨੇ ਸ਼ਾਪਿੰਗ ਕਰਨੀ ਆ ਉਹ ਸਭ ਕੁਝ ਬੰਦ ਆ। ਤੇ ਸਾਡਾ ਕੀ ਚੱਲਣਾ? ਕੁਝ ਵੀ ਨਹੀਂ, ਵਿਹਲੇ ਹੀ ਆ। ਆਖਰ 'ਚ ਸਰਕਾਰ ਤੋਂ ਤੁਹਾਡੀ ਕੀ ਮੰਗ ਆ? ਇਹੀ ਹੈ ਕਿ ਫੰਕਸ਼ਨ ਵਗੈਰਾ ਸਾਰੇ ਸਟਾਰਟ ਕਰਨ, ਜਿਹਦਾ ਆਈਲੈਟ ਕਲਾਸਾਂ ਕੁਝ ਮਤਲਬ ਪ੍ਰੀਕਾਸ਼ਨ ਰੱਖ ਕੇ, ਕੋਈ ਇੱਦਾਂ ਨਹੀਂ ਕਹਿੰਦੇ ਕਿ ਖੁੱਲ੍ਹੇ ਛੂਟ ਦੇ ਦੇਣ। ਮਤਲਬ ਕੋਈ ਆਪਸ਼ਨ ਹੋਵੇ ਕਿ ਸਾਡਾ ਵੀ ਸਰਕਲ ਚੱਲੇ, ਹਰ ਇੱਕ ਬੰਦੇ ਦਾ ਚੱਲੇ, ਉਹਨਾਂ ਨੂੰ ਆਪਣਾ ਮਿਲੇ। ਜਿੱਦਾਂ ਹੁਣ ਜਾਂ ਉੱਥੇ ਪੜ੍ਹਾਉਂਦੇ ਟੀਚਰ, ਉਹਨਾਂ ਦੀ ਕੋਈ ਇਨਕਮ ਆਊਗੀ ਤਾਂ ਉਹ ਸ਼ਾਪਿੰਗ ਕਰਨ ਆਉਣਗੇ, ਜਾਂ ਕੋਈ ਫੰਕਸ਼ਨ ਹੋਊਗਾ ਤਾਂ ਇੱਕ ਦੂਜੇ ਦੇ ਸਾਰੇ ਡਿਪੈਂਡ ਆ ਨਾ। ਤੇ ਉਹ ਸਾਰਾ ਕੁਝ ਸਟਾਰਟ ਹੋਊਗਾ ਤਾਂ ਹੀ ਸਾਡਾ, ਨਹੀਂ ਤਾਂ ਸਾਡਾ ਵੀ ਔਖਾ ਹੀ ਆ ਇੱਥੇ ਬਹਿਣਾ। ਹੁਣ ਰਾਮਗੜੀਆ ਗੁਰਦੁਆਰਾ ਤੋਂ ਬਾਅਦ ਆਪਾਂ ਹੁਣ ਆਏ ਆ ਸ਼ਿਵ ਮੰਦਿਰ ਦੇ ਸਾਹਮਣੇ। ਹੁਣ ਅਸੀਂ ਹੁਣ ਅਲੱਗ-ਅਲੱਗ ਦੁਕਾਨਦਾਰਾਂ ਨੂੰ ਪੁੱਛਾਂਗੇ ਕਿ ਉਹਨਾਂ ਨੂੰ ਕਿਹੜੀ ਮੰਦੀ ਦਾ ਸਾਹਮਣਾ ਕਰਨਾ ਪਿਆ ਆ, ਕਿ ਉਹਨਾਂ ਦੇ ਆਪਣੇ ਖਰਚੇ ਵੀ ਪੂਰੇ ਹੋਏ ਆ ਕਿ ਨਹੀਂ ਹੋਏ, ਕਿਹੜੀ ਉਹਨਾਂ ਦੀ ਦੁਕਾਨ ਤੇ ਚੇਂਜਸ ਆਏ ਆ ਕਰੋਨਾ ਕਾਲ ਦੇ ਵਿੱਚ, ਜਾਂ ਹੁਣ ਜਿੱਦਾਂ ਲੋਕਡਾਊਨ ਖੋਲ ਦਿੱਤਾ ਆ ਇਹਦੇ ਲਈ ਉਹਨਾਂ ਦੀ ਦੁਕਾਨ ਤੇ ਕੀ ਚੇਂਜਸ ਆਏ ਆ। ਹੁਣ ਅਸੀਂ ਗੱਲ ਕਰਦੇ ਹਾਂ ਦੁਕਾਨ ਦੇ ਵੱਖ-ਵੱਖ ਮਾਲਕਾਂ ਨਾਲ। ਸਰ, ਜਿੱਦਾਂ ਕਿ ਹੁਣ ਕਰੋਨਾ ਕਾਲ ਚੱਲ ਰਿਹਾ ਸੀ ਇੰਨੇ ਟਾਈਮ ਤੋਂ, ਹਲੇ ਵੀ ਕਰੋਨਾ ਦਾ ਭਿਅੰਕਰ ਰੂਪ ਹੈਗਾ ਆ, ਤੇ ਇਸ ਦੌਰਾਨ ਕੀ ਤੁਹਾਡੀ ਦੁਕਾਨ ਦਾ ਕੀ ਤੁਹਾਡੇ ਖਰਚੇ ਪੂਰੇ ਹੋਏ ਆ, ਕਿ ਮੰਦੀ ਕਿੱਦਾਂ ਗਾਹਕੀ ਆਣਾ ਜਾਣਾ ਸੀਗਾ ਕਿ ਨਹੀਂ ਸੀਗਾ? ਦੁਕਾਨਦਾਰ ਤਾਂ ਬਹੁਤ ਮੰਦਾ ਚੱਲ ਰਿਹਾ, ਮਾਰਕੀਟ ਦੇ ਵਿੱਚ ਗਾਹਕ ਬਿਲਕੁਲ ਨਹੀਂ ਹੈਗਾ। ਤੇ ਜਦ ਹੀ ਮਾਰਕੀਟ ਦੇ ਵਿੱਚ ਅਸੀਂ ਫੰਕਸ਼ਨ ਵਗੈਰਾ ਨਹੀਂ ਗਵਰਨਮੈਂਟ ਸ਼ੁਰੂ ਕਰਦੀ ਜਾਂ ਚੰਗੀ ਤਰ੍ਹਾਂ ਗੈਦਰਿੰਗ ਨਹੀਂ ਪੂਰੀ ਹੁੰਦੀ, ਤਦ ਹੀ ਮਾਰਕੀਟ 'ਚ ਮੰਦਾ ਹੀ ਰਹਿਣਾ ਹੈ। ਜਦੋਂ ਤੱਕ ਚੰਗੀ ਤਰ੍ਹਾਂ ਗੈਦਰਿੰਗ ਨਹੀਂ ਹੁੰਦੀ, ਫੰਕਸ਼ਨ ਸ਼ੁਰੂ ਹੋਣੇ ਚਾਹੀਦੇ। ਜਿਵੇਂ ਕਿ ਸਰ ਸ਼ਨੀਵਾਰ ਦਾ ਲੋਕਡਾਊਨ ਖੋਲ ਦਿੱਤਾ ਹੈ, ਸ਼ਨੀਵਾਰ ਦੇ ਲੋਕਡਾਊਨ ਨਾਲ ਵੀ ਇੰਨਾ ਫਰਕ ਨਹੀਂ ਪਿਆ, ਬਸ ਫਰਕ ਤਾਂ ਪਿਆ ਕਿ ਅੱਜ ਕੱਲ੍ਹ ਮੰਦਾ ਬਹੁਤ ਚੱਲ ਰਿਹਾ ਹੈ, ਬਾਜ਼ਾਰ 'ਚ ਗਾਹਕ ਹੈ ਨਹੀਂ, ਇਸ ਕਰਕੇ ਸਵੇਰ ਨੂੰ ਜਾਈਦਾ, ਸ਼ਾਮ ਨੂੰ ਉੱਦਾਂ ਹੀ ਚੱਲ ਜਾਈਦਾ ਜੀ ਬਸ। ਜਿਵੇਂ ਕਿ ਦੁਕਾਨਾਂ ਦਾ ਟਾਈਮ ਵਧਾ ਕੇ ਵੀ 6:30 ਤੋਂ 9 ਕਰ ਦਿੱਤਾ ਆ, ਇਸ ਲਈ ਦੁਕਾਨਾਂ ਦਾ ਟਾਈਮ ਵਧਾਇਆ, ਕੰਮ ਕਾਰ ਹੈ ਹੀ ਨਹੀਂ ਬਿਲਕੁਲ, ਖਰਚੇ ਵੀ ਨਹੀਂ ਨਿਕਲਦੇ, ਇੰਨੇ ਔਖੇ ਹੋਏ ਪਏ। ਆਖਰ ਵਿੱਚ ਤੁਹਾਡੀ ਸਰਕਾਰ ਤੋਂ ਕੀ ਮੰਗ ਕਰਦੇ ਆ? ਸਰਕਾਰ ਕੋਲ ਇਹੀ ਮੰਗ ਆ ਜੀ, ਦੁਕਾਨਾਂ ਦੇ ਖਰਚੇ ਨਹੀਂ ਪੂਰੇ ਹੋ ਰਹੇ, ਮੁੰਡੇ ਰੱਖੇ ਅਸੀਂ ਮੁੰਡੇ ਕੱਢ ਦਿੱਤੇ, ਬੇਰੁਜ਼ਗਾਰ ਹੋ ਰਹੇ ਸਾਰੇ ਹੀ। ਤੁਸੀਂ ਇਹ ਦੇਖ ਲਓ, ਨਾ ਮਕਾਨ ਦੁਕਾਨ ਮਾਲਕ ਦੁਕਾਨਾਂ ਦਾ ਕਿਰਾਇਆ ਛੱਡ ਰਹੇ ਆ, ਇੰਨਾ ਕੁ ਬੁਰਾ ਹਾਲ ਹੋ ਚੁੱਕਾ। ਅਸੀਂ ਮਾਲ ਅੰਦਰੋਂ ਆਪਣਾ ਆਪੇ ਹੀ ਖਾਈ ਚੁੱਕੇ ਆ, ਅਸੀਂ ਕਰਜ਼ਾਈ ਹੋ ਜਾਂਦੇ ਪਏ ਆ ਜੀ। ਠੀਕ ਆ ਜੀ, ਸਰਕਾਰ ਕੋਲ ਇਹੀ ਮੰਗ ਆ, ਤੁਸੀਂ ਵਿਆਹ ਸ਼ਾਦੀਆਂ ਪੈਲਸ ਸਾਰੇ ਖੋਲ ਕੇ ਜੋ ਕਾਰੋਬਾਰ ਹੈਗਾ ਸਾਰਾ ਚੱਲੂਗਾ ਕਾਰੋਬਾਰ, ਤਾਂ ਹੀ ਸਰਕਲ ਘੁੰਮੂਗਾ ਜੀ। ਸਾਰਾ ਕੁਝ ਤਾਂ ਬੰਦ ਪਿਆ, ਸਰਕਲ ਕਿੱਥੋਂ ਘੁੰਮੂਗਾ ਜੀ? ਸਰਕਾਰ ਕੋਲ ਇਹੀ ਮੰਗ ਆ, ਸਾਰਾ ਪੈਲਸ ਪੁਲਸ ਜੋ ਮੈਟਰ ਸਾਰਾ ਕੁਝ ਖੋਲੋ ਜੀ। ਸਰ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਕਰੋਨਾ ਕਾਲ 'ਚ ਬੜਾ ਹੀ ਮਾੜਾ ਹਾਲ ਹੋਇਆ, ਬੜਾ ਮੰਦਾ ਹਾਲ ਹੋਇਆ ਪਿਆ ਆ, ਤੇ ਇਸ ਦੌਰਾਨ ਤੁਹਾਡੀ ਗਾਹਕੀ ਤੇ ਕੀ ਇਫੈਕਟ ਪਿਆ ਸੀ? ਪਹਿਲਾਂ ਤਾਂ ਮੈਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਂਝ ਟੀਵੀ ਦਾ, ਜਿਹੜਾ ਹਰ ਇੱਕ ਆਪਣੀ ਗੱਲ ਨੂੰ, ਲੋਕਾਂ ਦੇ ਦੁੱਖ ਨੂੰ, ਦਰਦ ਨੂੰ ਸਰਕਾਰਾਂ ਤੱਕ ਜਾਂ ਆਪਣੇ ਇੱਥੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ। ਪਹਿਲਾਂ ਤਾਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਜਿਹੜੀ ਤੁਸੀਂ ਇਹਦੀ ਕਰੋਨਾ ਦੀ ਗੱਲ ਕਰਦੇ ਆ, ਤੁਹਾਡੇ ਸਾਹਮਣੇ ਇਹ ਕਰੋਨਾ ਦਾ ਹਾਲ ਬਾਜ਼ਾਰ ਦੇ ਵਿੱਚ ਇੱਦਾਂ ਦਾ ਮੰਦਾ ਹਾਲ ਹੋ ਚੁੱਕਾ ਵਾ ਕਿ ਇਸ ਟਾਈਮ ਵਪਾਰੀ ਵਰਗ ਇੰਨਾ ਕੁ ਪਰੇਸ਼ਾਨ ਆ ਕਿ ਆਪਣੀਆਂ ਮਜਬੂਰੀਆਂ ਜੇ ਕਿਸੇ ਨੂੰ ਦੱਸਾਂਗੇ ਤਾਂ ਉਹੀ ਅਗਲਾ ਮਜ਼ਾਕ ਉਡਾਉਂਦਾ, ਯਾਰ ਤੁਹਾਡੇ ਵਰਗੇ ਲੋਕ ਜੇ ਪਰੇਸ਼ਾਨ ਆ ਤੇ ਮਾੜੇ ਬੰਦੇ ਦਾ ਕੀ ਹਾਲ ਹੋਊਗਾ। ਪਰ ਸਰ, ਸਰਕਾਰ ਵੱਲੋਂ ਵਪਾਰੀ ਵਰਗ ਲਈ ਕਾਫੀ ਕੁਝ ਸੋਚਣ ਜਾਣ ਤੋਂ ਬਾਅਦ ਸ਼ਨੀਵਾਰ ਦਾ ਲੋਕਡਾਊਨ ਵੀ ਖੋਲ ਦਿੱਤਾ ਉਹਨਾਂ ਨੇ, ਤੇ 6:30 ਤੋਂ ਟਾਈਮਿੰਗ 9 ਵਜੇ ਤੱਕ ਕਰਤੀ ਆ। ਇਹਦਾ ਤਾਂ ਦੇਖੋ ਜੀ, ਜੇ ਉਹ ਪਹਿਲਾਂ ਗਰਾਊਂਡ ਲੈਵਲ ਤੇ ਜਿਹੜੇ ਇਹਨਾਂ ਦੇ ਐਮਐਲਏ ਵਗੈਰਾ ਕੰਮ ਕਰਦੇ ਆ, ਉਹਨਾਂ ਨੇ ਹੀ ਜ਼ੋਰ ਪਾਇਆ ਕਿ ਸਾਡੀ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਹੋ ਰਹੀ ਆ ਕਿ ਠੇਕੇ ਖੁੱਲੇ ਆ, ਬਾਜ਼ਾਰ ਬੰਦ ਆ, ਠੇਕੇ ਖੁੱਲੇ ਆ, ਬਾਜ਼ਾਰ ਬੰਦ ਵਾ। ਕਿਉਂਕਿ ਜੋ ਉਹਨਾਂ ਠੇਕਿਆਂ ਤੋਂ ਕਮਾਈ ਆ, ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਦੁਕਾਨਦਾਰਾਂ ਨੂੰ ਇਹ ਸਮਝਦੇ ਕਿ ਇਹ ਸਾਨੂੰ ਕੁਝ ਨਹੀਂ ਕਮਾ ਕੇ ਦਿੰਦੇ, ਜਾਨ ਕਿ ਟੈਕਸ ਅਸੀਂ ਦਿੰਦੇ ਆ, GST ਵਗੈਰਾ ਅਸੀਂ ਦਿੰਦੇ ਆ, ਇਨਕਮ ਟੈਕਸ ਅਸੀਂ ਦਿੰਦੇ ਆ, ਪਰ ਸਾਡੇ ਕੋਲ ਸਰਕਾਰ ਸਾਨੂੰ ਕੀ ਦੇ ਰਹੀ ਹੈ ਸਾਨੂੰ ਇਹ ਨਹੀਂ ਪਤਾ। ਰਾਸ਼ਨ ਦੇ ਰਹੀ ਹੈ ਆਮ ਜਨਤਾ ਨੂੰ, ਔਰ ਸਾਡੇ ਵਰਗਾ ਮਿਡਲ ਕਲਾਸ ਬੰਦਾ ਰਾਸ਼ਨ ਤਾਂ ਲੈਣ ਨਹੀਂ ਜਾ ਸਕਦਾ, ਕਿਉਂਕਿ ਅਸੀਂ ਖੁਦ ਸਰਕਾਰਾਂ ਨੇ ਉੱਥੇ ਫੰਡ ਲਾਏ ਹੋਆ ਕਿ ਸਾਨੂੰ ਸਾਡੀ ਮਦਦ ਕਰੇ, ਤੇ ਉਸ ਤੋਂ ਇਲਾਵਾ ਅਸੀਂ ਸਰਕਾਰ ਦੇ ਕੋਲ ਕਿੱਦਾਂ ਮਦਦ ਲੈ ਸਕਦੇ?
ਸਰਕਾਰ ਵੱਲੋਂ ਸਕੂਲਾਂ ਦੀਆਂ ਫੀਸਾਂ ਵੀ ਲਈਆਂ ਗਈਆਂ, ਬਿਜਲੀ ਦੇ ਬਿੱਲ ਤੱਕ ਇੰਨੇ ਜ਼ਿਆਦਾ ਆਏ ਆ, ਉਹ ਵੀ ਭਰੇ ਆ ਲੋਕਾਂ ਨੇ। ਮੈਂ ਵੀ ਤਾਂ ਉਹੀ ਗੱਲ ਕਹਿ ਰਿਹਾ ਕਿ ਦੇਖੋ ਕੰਮਕਾਰ ਹੈ ਨਹੀਂ। ਇੱਕ ਪਹਿਲਾਂ ਜਦੋਂ ਘਰ ਅਸੀਂ ਜਾਂਦੇ ਆ, ਇੱਥੇ ਅਸੀਂ ਆ ਕੇ ਦੇਖਦੇ ਕਿ ਮੁੰਡਿਆਂ ਤਨਖਾਹਾਂ ਦੇਣੀਆਂ ਕਿੱਦਾਂ ਦੇਣੀਆਂ, ਕਸਟਮਰ ਆਉਂਦਾ ਨਹੀਂ। ਜੇ ਕਸਟਮਰ ਆਂਦਾ ਆ ਤੇ ਉਹ ਅਗਲਾ ਇਹ ਸੋਚਦਾ ਕਿ ਆਪਾਂ 1-2 ਕਸਟਮਰ ਤੋਂ ਘਰ ਚਲਾਵਾਂਗੇ, ਕਿ ਆਪਾਂ ਬੱਚਿਆਂ ਦੀਆਂ ਫੀਸਾਂ ਦੇਵਾਂਗੇ, ਘਰ ਦਾ ਰਾਸ਼ਨ ਪੂਰਾ ਕਰਾਂਗੇ, ਜੇ ਕੋਈ ਸਾਡੇ ਕੋਲ ਸਕੂਟਰ ਜਾਂ ਮੋਟਰਸਾਈਕਲ ਉਹਦੀ ਕਿਸ਼ਤ ਦੇਵਾਂਗੇ ਜਾਂ ਕੀ ਕਰਾਂਗੇ। ਇਹ ਤਾਂ ਸਾਨੂੰ ਪਰੇਸ਼ਾਨੀ ਹੈ। ਮੈਂ ਕਹਿੰਦਾ ਕਰੋਨਾ ਦੇ ਨਾਲੋਂ ਜ਼ਿਆਦਾ ਇਸ ਚੀਜ਼ ਦੀ ਪਰੇਸ਼ਾਨੀ ਹੈ ਕਿ ਕੱਲ ਨੂੰ ਅਸੀਂ ਦਿਨੇ ਸਾਡਾ ਕਿਤੇ ਰਾਤ ਨੂੰ ਅਟੈਕ ਹੋ ਗਿਆ, ਅਸੀਂ ਸਵੇਰੇ ਅੱਖ ਖੁੱਲਣੀ ਜਾਂ ਨਹੀਂ ਖੁੱਲਣੀ, ਜੋ ਮਾਰਕੀਟ ਦੇ ਹਾਲਾਤ ਹੈਗੇ ਆ। ਪਰ ਸਰਕਾਰ ਰੋਜ਼ ਆਪਣੀਆਂ ਨੀਤੀਆਂ ਲਿਆਂਦੀ ਰਹਿੰਦੀ ਆ, ਆਪਣੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੰਦੀ, ਹਰ ਰੋਜ਼ ਚੇਂਜਸ ਆਉਂਦੇ ਰਹਿੰਦੇ ਗਾਈਡਲਾਈਨਸ ਵਿੱਚ। ਇਸ ਲਈ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਉਹਨਾਂ ਕੋਲ ਤਾਂ ਆਪਣਾ ਕੁਝ ਵੀ ਹੈ ਨਹੀਂ। ਪਹਿਲਾ ਗੱਲ ਜੇ ਕਰੋਨਾ ਦੀ ਹੈ, ਕਰੋਨਾ ਦੇ ਅਕੋਰਡਿੰਗ ਟੂ ਉਹਨੂੰ ਸੋਚਣਾ ਚਾਹੀਦਾ ਸੀਗਾ ਕਿ ਆਪਾਂ ਲੋਕਾਂ ਲਈ ਕੀ ਕੁਛ ਕਰ ਰਹੇ ਆ। ਸਿਰਫ ਗਾਈਡਲਾਈਨਸ ਇਹ ਦੇ ਦਿੰਦੇ ਆ ਕਿ ਅੱਜ ਦੁਕਾਨਾਂ ਖੋਲ ਲਓ, ਅੱਜ ਠੇਕੇ ਖੋਲ ਲਓ, ਅੱਜ ਇਹ ਖੋਲੋ। ਜਿਹੜਾ ਬੰਦਾ ਕਰੋਨਾ ਦੇ ਨਾਲ ਪੀੜਤ ਵਾ ਕਿ ਆਪਾਂ ਉਹਦੀ ਇਲਾਜ ਸਹੀ ਢੰਗ ਨਾਲ ਕਰ ਰਹੇ ਆ। ਜੇ ਕੋਈ ਮਾੜਾ ਬੰਦਾ ਵਾ ਸਿਵਲ ਹਸਪਤਾਲ ਦੇ ਵਿੱਚ ਜਾਂਦਾ ਵਾ, ਉਹਦਾ ਉੱਥੇ ਇਲਾਜ ਨਹੀਂ ਹੋ ਰਿਹਾ। ਜੇ ਉਹਨੂੰ ਆਪਾਂ ਪ੍ਰਾਈਵੇਟ ਵਿੱਚ ਜਾ ਕੇ ਜਾਂਦੇ ਆ, ਉਹਦਾ 5 ਲੱਖ 10 ਲੱਖ ਬਿੱਲ ਬਣ ਜਾਂਦਾ। ਕਿ ਉਹ 5 ਲੱਖ 10 ਲੱਖ ਬਿੱਲ ਦੇ ਸਕਦਾ? ਉਹਦੇ ਕੋਲ 5000 ਰੁਪਈਆ ਨਹੀਂ ਹੈਗਾ। ਸਰਕਾਰ ਤਾਂ ਪਹਿਲਾਂ ਧਿਆਨ ਦੇਵੇ ਉਹਨਾਂ ਮਰੀਜ਼ਾਂ ਵੱਲ ਕਿ ਚਲੋ ਕਿ ਇੱਕ ਬੰਦਾ ਮਰਨ ਦੇ ਕੰਢੇ ਦੇ ਵਿੱਚ ਪਹੁੰਚ ਰਿਹਾ ਜਾਂ ਉਹਦੀ ਹਾਲਤ ਖਰਾਬ ਹੋ ਰਹੀ ਆ, ਆਪਾਂ ਨੂੰ ਤਾਂ ਪਹਿਲਾਂ ਗੱਲ ਉਹਦੀ ਜਾਨ ਬਚਾਉਣੀ ਚਾਹੀਦੀ ਆ ਕਿ ਉਹਦਾ ਹਾਲਤ ਆਪਾਂ ਕਿੱਦਾਂ ਸਹੀ ਕਰੀਏ। ਨਹੀਂ ਹੋਊਗਾ ਤਾਂ ਦੇਖੋ ਜੋ ਹਾਲਾਤ ਜਿੱਦਾਂ ਕਹਿ ਦਿੰਦੇ ਆ ਜੀ ਅੱਜ ਗਾਈਡਲਾਈਨਸ ਦੇਤੀ, ਅੱਜ ਆਹ ਚੀਜ਼ ਕਰ ਦਿਓ, ਅੱਜ ਆਪਾਂ ਦੁਕਾਨਾਂ ਖੋਲ ਲਈਆਂ, ਅੱਜ ਜੀ ਦੁਕਾਨਾਂ ਬੰਦ ਕਰ ਰਹੇ ਹੋ। ਕਿਹੜੇ ਦੁਕਾਨਦਾਰ ਨੇ, ਹਰ ਇੱਕ ਬੰਦੇ ਨੇ ਇਹਨਾਂ ਦੀ ਗਾਈਡਲਾਈਨਸ ਨੂੰ ਫੋਲੋ ਕੀਤਾ ਕਿ ਇਹਨਾਂ ਦੇ ਲੀਡਰ ਗਾਈਡਲਾਈਨਸ ਫੋਲੋ ਕਰਦੇ ਆ। ਜਦੋਂ ਕਿਤੇ ਜਾਂਦੇ ਇਕੱਠੇ ਹੋ ਕੇ ਜਾਂਦੇ ਆ, ਜਦੋਂ ਕਿਤੇ ਧਰਨਾ ਲੱਗਦਾ ਆ, ਪ੍ਰਦਰਸ਼ਨ ਕਰਦੇ ਇਕੱਠੇ ਹੋ ਕੇ ਕਰਦੇ ਆ। ਕਿ ਉਹਨਾਂ ਲਈ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ। ਦੁਕਾਨਦਾਰ ਅਸੀਂ ਆਪਣਾ ਟਾਈਮ ਤੇ 8 ਵਜੇ ਦਾ ਟਾਈਮ ਆ, ਜੇ 8 ਵਜੇ ਕਰਦੇ ਆ, 8:15 ਹੁੰਦਾ 5000 ਦਾ ਚਲਾਨ। ਅਸੀਂ 5000 ਸਾਈ ਦਿਹਾੜੀ 'ਚ ਕਮਾਇਆ ਤਾਂ ਹੁੰਦਾ ਹੀ ਨਹੀਂ, ਅਸੀਂ ਉਹ ਚਲਾਨ ਭੁਗਤਦੇ ਆ। ਅਸੀਂ ਇਹੀ ਸਰਕਾਰ ਕੋਲ ਮੰਗ ਕਰਦੇ ਹਾਂ, ਜੇ ਸਰਕਾਰ ਆਪਣੀ ਗਾਈਡਲਾਈਨ ਤੇ ਅਸੀਂ ਕਹਿੰਦੇ ਆ, ਪਰ ਸਾਨੂੰ ਵੀ ਕੋਈ ਸਹੂਲਤ ਦਿੱਤੀ ਜਾਵੇ ਕਿ ਜਿਹਦੇ ਨਾਲ ਸਾਡਾ ਪਰਿਵਾਰ ਬਚੇ। ਇੱਕ ਬੰਦੇ ਤੇ ਸਾਰਾ ਪਰਿਵਾਰ ਵਾ, ਜੇ ਉਹੀ ਬੰਦਾ ਇਸ ਦੁਨੀਆ ਤੋਂ ਚੱਲ ਜਾਊਗਾ ਤੇ ਉਹਦਾ ਪਰਿਵਾਰ ਮਗਰ ਕੀ ਕਰੂਗਾ। ਸਰ ਜਿਵੇਂ ਕਿ ਭਾਰਤ ਵਿੱਚ ਕਰੋਨਾ ਨੇ ਬਹੁਤ ਹੀ ਭਿਅੰਕਰ ਰੂਪ ਧਾਰ ਲਿਆ ਆ, ਦੂਜੇ ਨੰਬਰ ਤੇ ਆ ਚੁੱਕਾ ਭਾਰਤ ਇਸ ਟਾਈਮ। ਤੁਹਾਨੂੰ ਕੀ ਲੱਗਦਾ ਸਰਕਾਰ ਕੋਲ ਕਰੋਨਾ ਕਿਉਂ ਨਹੀਂ ਕੰਟਰੋਲ ਹੋ ਰਿਹਾ? ਸਰਕਾਰ ਕੋਲ ਜੀ ਇਸੇ ਚੀਜ਼ ਦੇ ਵਿੱਚ ਹੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਇਹਦੇ ਵਿੱਚ ਜਿਹੜੀ ਮੈਡੀਕਲ ਫੈਸਿਲਿਟੀ ਹੈ, ਇਹਦੇ ਵਿੱਚ ਮੈਡੀਕਲ ਫੈਸਿਲਿਟੀ ਤਾਂ ਕਿਸੇ ਨੂੰ ਵੀ ਹੈ ਨਹੀਂ। ਕੋਈ ਬੰਦਾ ਜੇ ਜਾਂਦਾ ਵਾ ਉੱਦਾਂ ਕਹਿੰਦੇ ਕਰੋਨਾ ਦਾ ਕੋਈ ਇਲਾਜ ਨਹੀਂ ਹੈਗਾ, ਆਪਾਂ ਇਹਨੂੰ ਘਰੋਂ ਬੈਠੇ ਕੋਰੋਟਾਈਨ ਕਰ ਦਿੰਦੇ ਆ ਜਾਂ ਹਸਪੀਟਲ ਜਾਂਦੇ ਆ। ਇਹੀ ਮੈਂ ਚੀਜ਼ ਕਹਿਣਾ, ਜਦੋਂ ਘਰੋਂ ਕੋਰੋਟਾਈਨ ਕਰਦੇ ਆ ਉਹਨੂੰ ਕੋਈ ਵੀ ਮਰੀਜ਼ ਨੂੰ ਕੀ ਆਪਾਂ ਫੈਸਿਲਿਟੀ ਨਹੀਂ ਦਿੰਦੇ ਕਿ ਦਵਾਈ ਦਿੰਦੇ ਆ, ਤੇ ਵੱਡੇ ਹਸਪੀਟਲਾਂ 'ਚ 10 15 20 ਲੱਖ ਕਿੱਦਾਂ ਬਣ ਰਿਹਾ ਉਹਨਾਂ ਦਾ, ਤੇ ਉਹ ਕਿੱਦਾਂ ਮਤਲਬ ਕਿ ਉਹਦੇ ਵਿੱਚੋਂ ਉਹਨਾਂ ਦੀ ਜਾਨ ਜਾ ਰਹੀ ਆ। ਇੱਕ ਬੰਦਾ ਘਰ ਕੋਰੋਟਾਈਨ ਕੀਤਾ ਉਹਦਾ ਕੋਈ ਬਿੱਲ ਨਹੀਂ ਬਣਿਆ। ਵੱਡੇ ਹਸਪੀਟਲ ਦੇ ਵਿੱਚ ਜਾਣ ਕਿ ਇਹਦੇ ਵਿੱਚ ਕੁਛ ਨਾ ਕੁਛ ਤਾਂ ਘਪਲਾ ਹੈਗਾ ਨਾ, ਕਿ ਸਰਕਾਰ ਨੂੰ ਵੱਡੇ ਪੱਧਰ ਤੇ ਇਹਦੀ ਜਾਂਚ ਵੀ ਕਰਨੀ ਚਾਹੀਦੀ ਹੈ। ਜੇ ਸਾਡੀ ਸੁਰੱਖਿਆ ਚਾਹੁੰਦੀ ਆ ਤੇ ਪਹਿਲਾਂ ਤਾਂ ਸਾਨੂੰ ਇਹ ਚਾਹੀਦਾ ਕਿ ਉਹਦੇ ਵਿੱਚ ਕਿ ਜਿਹੜੇ ਇਹਨਾਂ ਦੇ ਅਧਿਕਾਰੀ ਮਿਲੀ ਭੁਗਤ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਨਕੇਲ ਪਾਈ ਜਾਵੇ ਤੇ ਜਿਹਦੇ ਆਮ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ। ਇਹ ਜੋ ਵੀ ਘੁਟਾਲਾ ਆ ਜਾਂ ਕੁਝ ਵੀ ਆ, ਆਪਾਂ ਤਾਂ ਕੋਈ ਚੀਜ਼ ਦੇਖੀ ਨਹੀਂ। ਇਹਦੇ ਵਿੱਚ ਇਹ ਸਰਕਾਰ ਜਾਂਦੇ, ਸਰਕਾਰ ਦੀਆਂ ਪਾਲਿਸੀਆਂ ਜਾਂ ਇਹਨਾਂ ਦੇ ਬੰਦੇ ਕੰਮ ਕਰ ਰਹੇ ਆ। ਜੇ ਸਰਕਾਰ ਲੋਕਾਂ ਲਈ ਸਹੂਲਤ ਚਾਹੁੰਦੀ ਆ ਤੇ ਇਹਨਾਂ ਦੇ ਵਿੱਚ ਉਹਨਾਂ ਨੂੰ ਆਪਣੇ ਕੁਝ ਬੰਦੇ ਵਿੱਚ ਰੱਖਣੇ ਚਾਹੀਦੇ ਆ ਕਿ ਜਿਹੜੇ ਇਸ ਅਫਵਾਹਾਂ ਨੂੰ ਫੈਲਾ ਰਹੇ ਆ ਜਾਂ ਇਹਨਾਂ ਵਿੱਚ ਕੋਈ ਮਤਲਬ ਕਿ ਘਪਲੇਬਾਜ਼ੀ ਕਰ ਰਹੇ ਆ ਕਿ ਉਹਨਾਂ ਨੂੰ ਇਹ ਸਖਤ ਸਜ਼ਾ ਮਿਲੇ ਕਿ ਜਿਹੜਾ ਆਉਣ ਵਾਲਾ ਟਾਈਮ ਇਹਨਾਂ ਦੇਖੋ ਆਪਣੇ ਲਈ ਮਾੜਾ ਚੱਲ ਰਿਹਾ ਵਾ। ਆਪਣੇ ਕਰੋਨਾ ਕਾਲ ਦੇ ਵਿੱਚ ਸਾਡੇ ਪਰਿਵਾਰਾਂ ਲਈ, ਸਾਡੇ ਲਈ, ਆਮ ਲੋਕਾਂ ਲਈ ਆਪਾਂ ਤਾਂ ਮਹਾਰਾਜ ਵੀ ਅੱਗੇ ਇਹੀ ਅਰਦਾਸ ਕਰਦੇ, ਵਾਹਿਗੁਰੂ ਜਿਹੜੀ ਇਹ ਭਿਆਨਕ ਬਿਮਾਰੀ ਆਈ ਆ ਇਹ ਜਲਦੀ ਤੋਂ ਜਲਦੀ ਖਤਮ ਕੀਤੀ ਜਾਵੇ। ਔਰ ਸਰਕਾਰ ਅੱਗੇ ਵੀ ਇਹ ਅਪੀਲ ਕਰਦੇ ਆ ਕਿ ਜਿਹੜਾ ਵੀ ਇਹ ਕੰਮ ਮਤਲਬ ਕਿ ਲੋਕੀ ਕਰ ਰਹੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਆਖਰ 'ਚ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਕੋ ਜੇ ਤਾਂ ਆਪਣੇ ਬਿਜ਼ਨਸ ਅਕੋਰਡਿੰਗ ਟੂ ਮੰਗ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਬਿਜ਼ਨਸ ਨਾਲ ਖੋਲੇ ਗਏ ਆ ਕਿ ਦੁਕਾਨਾਂ ਖੋਲੇ, ਚਲੋ ਅੱਜ ਨਹੀਂ ਕੱਲ ਨੂੰ ਕੰਮ ਚੱਲ ਸਕਦਾ, ਉਹਦੇ ਨਾਲ ਜਿੱਦਾਂ ਮੈਰਿਜ ਵਾਲੇ ਹੋ ਗਏ ਜਾਂ ਹੋਟਲ ਵਾਲੇ ਹੋ ਗਏ ਜਾਂ ਫੰਕਸ਼ਨ, ਕੋਈ ਵੀ ਫੰਕਸ਼ਨ ਕਰਦੇ ਉਹਨਾਂ ਦੇ ਕੋਲ ਡੀਜੇ ਦਾ ਕੰਮ ਹੋਇਆ ਜਾਂ ਉਹਨਾਂ ਦਾ ਮਤਲਬ ਕਿਸੇ ਚੀਜ਼ ਆਪਾਂ ਕਹਿ ਸਕਦੇ ਆ ਅੰਦਰ ਡੈਕੋਰੇਸ਼ਨ ਦਾ ਕੰਮ ਹੋਇਆ। ਕਿੰਨੇ ਹੀ ਪਰਿਵਾਰ ਜਿਹੜੇ ਬਿਲਕੁਲ ਹੀ ਬੇਰੁਜ਼ਗਾਰ ਕਰਕੇ ਬੈਠੇ ਕਿ ਉਹਨਾਂ ਦੇ ਕੋਈ ਸਾਧਨ ਹੀ ਨਹੀਂ। ਚਲੋ ਆਪਾਂ ਦੁਕਾਨ ਖੋਲੀ, ਕੋਈ ਨਾ 1-2 ਕਸਟਮਰ ਕਮਾਉਂਦੇ ਆ ਜਾਂ ਕੁਝ ਆਪਾਂ ਘਰ ਲੈ ਕੇ ਜਾਂਦੇ ਆ, ਤੇ ਸਰਕਾਰ ਕੋ ਅਸੀਂ ਇਹੀ ਉਮੀਦ ਕਰਦੇ ਆ ਕਿ ਉਹਨਾਂ ਲਈ ਵੀ ਕੁਝ ਰਾਹਤ ਪੈਕੇਜ ਦਿੱਤਾ ਜਾਵੇ ਜਿਹਦੇ ਵਿੱਚ ਫੰਕਸ਼ਨ ਹੋਣ, ਬਾਜ਼ਾਰ ਦੁਆਰਾ ਖੁਸ਼ਹਾਲ ਹੋਵੇ ਔਰ ਪੂਰੇ ਬਾਜ਼ਾਰ ਦੀ ਤਰੱਕੀ ਨਾਲ ਉਹਨਾਂ ਨਾਲ ਹੀ ਹੋਣੀ ਹੈ ਜਦੋਂ ਸਾਡਾ ਸਾਰਾ ਹੀ ਪੰਜਾਬ ਖੁਸ਼ਹਾਲ ਹੋਊਗਾ ਜਾਂ ਜਦੋਂ ਸਾਰਾ ਪੰਜਾਬ ਤਰੱਕੀ ਕਰੂਗਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਮ, ਮੈਂ ਪਹਿਲਾਂ ਸਾਇੰਸ ਟੀਵੀ ਦਾ ਆਪਣੇ ਬਾਜ਼ਾਰ 'ਚ ਬਹੁਤ ਸਵਾਗਤ ਕਰਦਾ। ਮੈਮ ਲੋਕਡਾਊਨ ਕਰਕੇ ਵੀ ਅਸੀਂ ਪਹਿਲਾਂ ਬਹੁਤ ਪਰੇਸ਼ਾਨ ਸੀਗੇ
ਤੇ ਹੁਣ ਜਦ ਦਾ ਸਰਕਾਰ ਨੇ ਸਾਨੂੰ 9 ਵਜੇ ਤੱਕ ਦੀ ਦੁਕਾਨ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਹੈ, ਅਸੀਂ ਕੁਝ ਇਸ ਗੱਲ ਹੀ ਦਾ ਰਿਲੀਫ ਮਹਿਸੂਸ ਕੀਤਾ ਹੈ ਕਿ ਚਲੋ ਦੁਕਾਨਾਂ ਦਾ ਟਾਈਮ ਵਧਾ ਦਿੱਤਾ ਗਿਆ, ਪਰ ਹਜੇ ਵੀ ਬਾਜ਼ਾਰ ਦੇ ਵਿੱਚ ਉਹ ਗ੍ਰਾਹਕ ਤੇ ਉਹ ਰੌਣਕ ਬਿਲਕੁਲ ਨਹੀਂ ਹੈਗੀ, ਜਿਸ ਕਾਰਨ ਅਸੀਂ ਆਪਣੇ ਸਹੂਲਤਾਂ ਲਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਮੁਸ਼ਕਲ 'ਚ ਮਹਿਸੂਸ ਕਰ ਰਹੇ ਹਾਂ। ਬਿਜਲੀ ਦੇ ਖਰਚੇ, ਸਾਡੀ ਦੁਕਾਨਾਂ ਦੇ ਕਿਰਾਏ, ਸਾਡੇ EMPLOYEES ਦੇ ਖਰਚੇ, ਜਿਹੜੇ ਕਿ ਅਸੀਂ ਸਾਨੂੰ ਦਿਨ ਬ ਦਿਨ ਬਹੁਤ ਜ਼ਿਆਦਾ ਸਾਨੂੰ ਟਾਈਟਨੈਸ ਮਹਿਸੂਸ ਹੋ ਰਹੀ ਹੈ। ਅਸੀਂ ਆਪਣੀ ਸਰਕਾਰ ਨੂੰ, ਆਪਣੀ ਪ੍ਰਸ਼ਾਸਨ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਆਪਣੀਆਂ ਸਾਰੀਆਂ ਜੋ ਲੋਕਡਾਊਨ ਦੇ ਵਿੱਚ ਉਹਨਾਂ ਨੇ ਆਪਣੇ ਪਾਬੰਦੀਆਂ ਲਗਾਈਆਂ ਹੋਈਆਂ, ਮੈਰਿਜ ਦੇ ਫੰਕਸ਼ਨ ਦੀ ਲਿਮਿਟ ਜਾਂ ਕੋਈ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਮਾਗਮ, ਉਹਨਾਂ ਨੂੰ ਥੋੜਾ ਜਿਹਾ ਜਲਦ ਤੋਂ ਜਲਦ ਓਪਨ ਕਰਕੇ ਬਾਜ਼ਾਰ ਦੇ ਵਿੱਚ ਰੌਣਕ ਨੂੰ ਦੁਬਾਰਾ ਲਿਆਂਦਾ ਜਾਵੇ, ਜਿਹਦੇ ਲਈ ਅਸੀਂ ਦੁਕਾਨਦਾਰ ਭਰਾ ਸਾਰੇ ਉਹਨਾਂ ਦਾ ਸਾਥ ਵੀ ਦੇਵਾਂਗੇ ਤੇ ਲੋਕਡਾਊਨ ਦੇ ਜਾਂ ਜਿਹੜੀਆਂ ਪ੍ਰੀਕਾਸ਼ਨ ਦੀਆਂ ਜਿੰਨੀਆਂ ਵੀ ਹਦਾਇਤਾਂ ਹੈਗੀਆਂ ਅਸੀਂ ਉਹ ਖੁਦ ਵੀ ਮੰਨਾਂਗੇ ਤੇ ਨਾਲ ਸਾਡੇ ਆਏ ਹੋਏ ਕਸਟਮਰ ਨੂੰ ਵੀ ਮਨਾਵਾਂਗੇ। ਸਰ ਕਸਟਮਰ ਕਿੱਦਾਂ ਆ ਜਾਊਗਾ ਜਦ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇੰਨੀ ਸਖਤੀ ਅਪਣਾਈ ਜਾਂਦੀ ਹੈ? ਦੇਖੋ, ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਸ ਟਾਈਮ ਲੋਕਡਾਊਨ ਕਰਕੇ ਸਾਰੇ ਪਰੇਸ਼ਾਨ ਵੀ ਆ ਤੇ ਜਿੰਨੀ ਜ਼ਿਆਦਾ ਇਹ ਬਿਮਾਰੀ ਜ਼ਿਆਦਾ ਹਾਈਲਾਈਟ ਹੋ ਰਹੀ ਹੈ ਤੇ ਕਸਟਮਰ ਉਹਦਾ ਡਰ ਵੀ ਆ ਰਿਹਾ ਲੋਕਾਂ ਦੇ ਵਿੱਚ ਇਹਦਾ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕਸਟਮਰ ਨੂੰ ਥੋੜਾ ਖੁਦ ਪਹਿਲ ਕਰਨੀ ਚਾਹੀਦੀ ਹੈ, ਪ੍ਰੀਕਾਸ਼ਨ ਲੈ ਕੇ ਬਾਹਰ ਮਾਰਕੀਟ 'ਚ ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਹੈ ਉਹਨੂੰ ਲੈਣ ਜ਼ਰੂਰ ਆਉਣਾ ਚਾਹੀਦਾ। ਮਤਲਬ ਜੇ ਅਸੀਂ ਜਿੰਨਾ ਡਰ ਕੇ ਘਰ ਰਵਾਂਗੇ ਉਹ ਬਿਮਾਰੀ ਸਾਨੂੰ ਹੋਰ ਹੀ ਜ਼ਿਆਦਾ ਕੈਪਚਰ ਲੱਗੂਗੀ ਕਿ ਸਾਨੂੰ ਉਹ ਬਿਮਾਰੀ ਨੂੰ ਹੋਰ ਘੇਰ ਲਿਆ ਆ। ਪਰ ਅਸੀਂ ਚਾਹੁੰਦੇ ਹਾਂ ਕਿ ਕਸਟਮਰ ਬਾਜ਼ਾਰ ਦੇ ਵਿੱਚ ਆਵੇ, ਬਾਜ਼ਾਰ ਦੀ ਰੌਣਕ ਵਧੂਗੀ, ਬਾਜ਼ਾਰ ਦੇ ਵਿੱਚ ਦੁਬਾਰਾ ਪੈਸਾ ਖੁੱਲ੍ਹ ਕੇ ਆਊਗਾ, ਜਿਹਦੇ ਨਾਲ ਸਾਰੇ ਦੀ ਮਾਰਕੀਟ ਦੇ ਵਿੱਚ ਹਲਚਲ ਹੋਊਗੀ ਤੇ ਜਿਹਦੇ ਨਾਲ ਜਿੰਨਾ ਵੀ ਸਰਕਲ ਹੈਗਾ ਸਾਰਾ ਖੁੱਲ੍ਹ ਕੇ ਚੱਲੂਗਾ। ਸਰਕਾਰ ਦੇ ਕਈ ਇਦਾਂ ਦੇ ਦਲਾਲ ਵੀ ਹੈਗੇ ਜਿਹੜੇ ਇਹਦਾ ਪ੍ਰੋਪਰਲੀ ਫਾਇਦਾ ਚੱਕ ਰਹੇ ਆ ਇਸ ਬਿਮਾਰੀ ਦਾ, ਤੇ ਇਸ ਨੂੰ ਲੈ ਕੇ ਤੁਹਾਡੀ ਸਰਕਾਰ ਤੋਂ ਕੀ ਮੰਗ ਆ? ਦੇਖੋ ਮੈਮ, ਜਿੰਨੇ ਮਰਜ਼ੀ ਇਹ ਜੋ ਕੁਝ ਮਰਜ਼ੀ ਕਰੀ ਜਾਣ, ਐਂਡ ਦੇ ਵਿੱਚ ਬਾਜ਼ਾਰ ਨੂੰ ਓਪਨ ਤਾਂ ਕਰਨਾ ਹੀ ਪੈਣਾ। ਮਤਲਬ ਜਿੰਨਾ ਮਰਜ਼ੀ ਤੁਸੀਂ ਲੋਕਡਾਊਨ ਕਰ ਲਓ, ਜਿੰਨਾ ਮਰਜ਼ੀ ਤੁਸੀਂ ਇਹਨੂੰ ਪਾਬੰਦੀਆਂ ਲਗਾ ਲਓ, ਆਖਿਰਕਾਰ ਕਸਟਮਰ ਨੇ ਆਣਾ ਤਾਂ ਬਾਜ਼ਾਰ 'ਚ ਸ਼ਾਪਿੰਗ ਕਰਨੀ ਹੈ। ਮਤਲਬ ਦੇਖੋ, ਸਾਡਾ ਬਾਜ਼ਾਰ ਫਗਵਾੜੇ ਦਾ 70 ਤੋਂ 80% ਕੱਪੜਾ ਮਾਰਕੀਟ ਤੇ ਡਿਪੈਂਡ ਆ। ਮਤਲਬ ਆਲ ਓਵਰ ਵਰਲਡ ਦੇ ਵਿੱਚ ਫਗਵਾੜਾ ਰੈਡੀਮੇਡ ਗਾਰਮੈਂਟਸ ਨੂੰ ਲੈ ਕੇ ਮਸ਼ਹੂਰ ਹੈਗਾ ਤੇ ਕਾਫੀ ਮਤਲਬ ਉਪਲਬਧੀਆਂ ਸਾਡੇ ਫਗਵਾੜਾ ਨੇ ਹਾਸਲ ਕੀਤੀਆਂ ਹੋਈਆਂ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸਰਕਾਰ ਸਾਨੂੰ ਇਜਾਜ਼ਤ ਦੇਊਗੀ ਕਿ ਫਗਵਾੜਾ ਜਾਂ ਹੋਰ ਸਾਰੇ ਪਾਸੇ ਨੂੰ ਖੋਲ੍ਹ ਦਿੱਤਾ ਜਾਵੇ ਤਾਂ ਅਸੀਂ ਉਹਨਾਂ ਦੀ ਹਦਾਇਤਾਂ ਨੂੰ ਅੱਛੀ ਤਰ੍ਹਾਂ ਉਹਦੀ ਪਾਲਣਾ ਵੀ ਕਰਾਂਗੇ ਤੇ ਕਸਟਮਰ ਨੂੰ ਕਵਾਂਗੇ ਕਿ ਹਰ ਪ੍ਰੀਕਾਸ਼ਨ ਦੇ ਨਾਲ ਉਹ ਆਵੇ ਤੇ ਸਾਡੇ ਕੋਲ ਸਮਾਨ ਲੈ ਕੇ ਜਾਵੇ। ਸਾਡਾ ਬਾਜ਼ਾਰ, ਸਾਡਾ ਪੂਰਾ ਫਗਵਾੜਾ, ਅਸੀਂ ਹਰ ਤਰ੍ਹਾਂ ਦੀ ਸਹੂਲਤ ਦੇਣ ਨੂੰ ਤਿਆਰ ਹਾਂ। ਸਰ ਕੱਪੜਾ ਲੈਣ ਤਾਂ ਆਮ ਲੋਕ ਹੀ ਆਉਗੇ, ਆਮ ਲੋਕਾਂ ਕੋਲ ਤਾਂ ਪੈਸੇ ਆਪਣੇ ਲਈ ਖਾਣ ਪੀਣ ਲਈ ਹੈ ਨਹੀਂ, ਉਹ ਕੱਪੜਾ ਕਿਉਂ ਖਰੀਦਣ ਆਉਗੇ? ਦੇਖੋ ਮੈਮ, ਪਤਾ ਕੀ ਹੈ, ਬਾਜ਼ਾਰ 'ਚ ਪੈਸਾ ਘੁੰਮੂਗਾ ਉਦੋਂ ਜਦੋਂ ਤੁਸੀਂ ਬਾਜ਼ਾਰ ਨੂੰ ਓਪਨ ਕਰੋਗੇ। ਅਸੀਂ ਬਾਜ਼ਾਰ ਦੇ ਵਿੱਚ ਜਾਵਾਂਗੇ, ਜੇ ਸਾਡੀ ਜੇਬ 'ਚ ਪੈਸਾ ਹੋਊਗਾ ਅਸੀਂ ਤਾਂ ਹੀ ਬਾਜ਼ਾਰ 'ਚ ਜਾਵਾਂਗੇ। ਜੇ ਅਸੀਂ ਕਸਟਮਰ ਵਟਾਂਗੇ ਤਾਂ ਅਸੀਂ ਵੀ ਪੈਸੇ ਉੱਥੇ ਜਾ ਕੇ ਹੀ ਖਰਚਾਂਗੇ। ਤੁਹਾਨੂੰ ਇਦਾਂ ਨਹੀਂ ਲੱਗਦਾ ਜੇ ਬਾਜ਼ਾਰ ਖੁੱਲ ਗਿਆ ਤਾਂ ਲੋਕਾਂ ਨੇ ਭੀੜ ਭੜੱਕਾ ਹੋ ਜਾਣਾ ਜਿਸ ਨਾਲ ਕਰੋਨਾ ਦੇ ਮਾਮਲੇ ਹੋਰ ਵੱਧ ਸਕਦੇ ਆ? ਮੈਮ, ਉਹ ਦੇਖੋ, ਉਸੇ ਲਈ ਅਸੀਂ ਤੁਹਾਨੂੰ ਵੀ ਇਹ ਕਹਿ ਰਹੇ ਹਾਂ ਕਿ ਅਸੀਂ ਵੀ ਇਸ ਪ੍ਰੀਕਾਸ਼ਨਸ ਦਾ ਕਸਟਮਰ ਨੂੰ ਵੀ ਹਦਾਇਤ ਦੇਵਾਂਗੇ ਕਿ ਤੁਸੀਂ ਬਾਜ਼ਾਰ 'ਚ ਆਓ, ਸ਼ਾਪਿੰਗ ਕਰੋ, ਪਰ ਜਿਹੜੀਆਂ ਗਵਰਨਮੈਂਟ ਨੇ ਸਾਨੂੰ ਹਦਾਇਤਾਂ ਦਿੱਤੀਆਂ ਉਹਦੀਆਂ ਪਾਲਣਾ ਨਾਲ ਜ਼ਰੂਰ ਕਰੋ। ਆਖਰ 'ਚ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਦੇਖੋ, ਸਰਕਾਰ ਤੋਂ ਤਾਂ ਅਸੀਂ ਇਹੀ ਚਾਹ ਰਹੇ ਹਾਂ ਕਿ ਤੁਸੀਂ ਲੋਕਡਾਊਨ ਦੇ ਵਿੱਚ ਜਿਹੜੀਆਂ ਪਾਬੰਦੀਆਂ ਹੁਣ ਇਸ ਟਾਈਮ ਲਗਾਈਆਂ ਹੋਈਆਂ, ਜੇ ਤੁਸੀਂ ਓਪਨ ਉਹਨੂੰ ਕਰੋਗੇ ਤਾਂ ਮੇਰੇ ਸਾਹਮਣੇ ਬਾਜ਼ਾਰ ਦੇ ਵਿੱਚ ਖੁੱਲ੍ਹ ਕੇ ਰੌਣਕ ਸ਼ੁਰੂ ਹੋਊਗੀ ਤਾਂ ਲੋਕ ਸਮਝੂਗੇ ਕਿ ਸਾਨੂੰ ਮਤਲਬ ਪ੍ਰੀਕਾਸ਼ਨ ਦੇ ਨਾਲ ਬਾਜ਼ਾਰ ਜਾਣਾ ਚਾਹੀਦਾ ਤੇ ਜਦੋਂ ਬਾਜ਼ਾਰ ਉਹ ਜਾਊਗੇ, ਪੈਸਾ ਖਰਚੋਗੇ ਤਾਂ ਸਰਕਲ ਸਾਰਾ ਘੁੰਮੂਗਾ। ਰਾਮਗੜੀਆ ਗੁਰਦੁਆਰਾ ਰੋਡ ਦੇ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਸੋਨੂ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਕਰੋਨਾ ਕਰਕੇ ਕਿਹੜੀ-ਕਿਹੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਤੇ ਸਭ ਤੋਂ ਪਹਿਲਾਂ ਮੈਂ ਸਾਂਝ ਟੀਵੀ ਦਾ ਧੰਨਵਾਦ ਕਰਦਾ, ਜਿਹੜਾ ਤੁਸੀਂ ਸਾਡੇ ਇਸ ਮਾਰਕੀਟ ਦੇ ਵਿੱਚ ਆ ਕੇ ਸਾਡੇ ਦੁਕਾਨਦਾਰਾਂ ਦੀਆਂ ਇਸ ਕਰੋਨਾ ਦੀ ਮਹਾਮਾਰੀ ਦੇ ਚੱਲਦੇ ਆਉਣ ਦੀਆਂ ਮੁਸ਼ਕਲਾਂ ਨੂੰ ਸਾਡੇ ਨਾਲ ਸੰਪਰਕ ਵਿੱਚ ਆਏ ਹੋ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੁਕਾਨਾਂ ਖੁੱਲ੍ਹ ਗਈਆਂ ਨੇ, ਬਾਜ਼ਾਰ ਖੁੱਲ੍ਹ ਗਏ ਨੇ, ਲੇਕਿਨ ਇਹ ਦੁਕਾਨਾਂ ਖੋਲ੍ਹਣੀਆਂ ਇਕੱਲੇ ਵਪਾਰ ਖੋਲ੍ਹਣ ਨੂੰ ਨਹੀਂ ਸੱਦਾ ਦਿੰਦੀਆਂ। ਵਪਾਰ ਉਦੋਂ ਖੁੱਲ੍ਹਣਾ ਹੈ ਜਦੋਂ ਫੰਕਸ਼ਨਸ ਖੁੱਲ੍ਹੇ। ਇਸ ਵੇਲੇ ਜਿਵੇਂ ਕਿ ਤੁਸੀਂ ਦੇਖਦੇ ਹੋ ਸਾਰੇ ਫੰਕਸ਼ਨਸ ਬੰਦ ਨੇ, ਔਰ ਫੰਕਸ਼ਨਸ ਜਿੱਥੇ ਵੀ ਲੈਣਾ ਹੋਵੇ, ਅੱਜ ਮੈਂ ਐਜ਼ ਏ ਮਾਰਕੀਟ ਪ੍ਰੈਜ਼ੀਡੈਂਟ ਮੈਂ ਕੋਈ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੁਕਾਨਦਾਰੀ ਦੀ ਗੱਲ ਕਰਨੀ ਆ। ਅੱਜ ਮੈਂ ਉਸ ਸੜਕ ਤੇ ਬੈਠੇ ਵਿਚਾਰੇ ਗਰੀਬ ਵੀਰ ਮੋਚੀ ਦੀ ਵੀ ਗੱਲ ਕਰਨੀ ਹੈ, ਜਿਹੜਾ ਆਪਣੀਆਂ ਰੋਟੀ ਦੀ ਖਾਤਰ ਲੋਕਾਂ ਦੀਆਂ ਜੁੱਤੀਆਂ ਪਾਲਿਸ਼ ਕਰਕੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਦਾ। ਔਰ ਮੈਂ ਉਹਨਾਂ ਹਲਵਾਈਆਂ ਦੀ ਗੱਲ ਕਰਨੀ ਹੈ ਜਿਨ੍ਹਾਂ ਦਾ ਹਲਵਾਈ ਦੀ ਕਾਰਗੁਜ਼ਾਰੀ ਕਰਕੇ ਆਪਣਾ ਟੱਬਰ ਦਾ ਗੁਜ਼ਾਰਾ ਕਰਦੇ ਨੇ। ਜਿਵੇਂ ਕਿ ਸਰਕਾਰ ਠੀਕ ਹੈ ਆਪਣੀਆਂ ਹਦਾਇਤਾਂ ਦੇ ਅਨੁਸਾਰ ਚੱਲਦੀ ਹੈ, ਲੇਕਿਨ ਇੱਕ ਪਰਿਵਾਰ ਦੇ ਵਿੱਚ ਜਦੋਂ ਫੰਕਸ਼ਨ ਹੁੰਦਾ ਹੈ 20 ਜਾਂ 25 ਜਣਿਆਂ ਦੀ ਰੋਟੀ ਦਾ ਅਰੇਂਜਮੈਂਟ ਕਰਨਾ ਹੋਵੇ, ਇੰਨਾ ਤਾਂ ਧੀਆਂ ਭੈਣਾਂ ਬੇਟੀਆਂ ਸਾਡੀਆਂ ਘਰ 'ਚ ਉਹੀ ਕਰ ਲੈਂਦੀਆਂ ਨੇ। ਡੀਜੇ ਵਾਲੇ ਭੁੱਖੇ ਮਰ ਰਹੇ ਨੇ।
ਲਾਈਟ ਐਂਡ ਸਾਊਂਡ ਵਾਲੇ ਭੁੱਖੇ ਮਰ ਰਹੇ ਨੇ, ਔਰ ਦੇਖਿਆ ਜਾਵੇ ਜਿਹੜੇ ਡਾਂਸ ਗਰੁੱਪ ਨੇ ਉਹ ਭੁੱਖੇ ਮਰ ਰਹੇ ਨੇ। ਹੋਰ ਮੈਂ ਕਿਹਦੇ ਵਿੱਚ ਕੀ ਕਹਿ ਸਕਦਾ, ਇਸ ਵੇਲੇ ਮਾਰਕੀਟ ਦੇ ਵਿੱਚ ਦੁਕਾਨਾਂ ਦੇ ਸ਼ਟਰ ਜ਼ਰੂਰ ਖੁੱਲੇ ਨੇ ਲੇਕਿਨ ਵਪਾਰ ਕੋਈ ਵੀ ਨਹੀਂ ਖੁੱਲਿਆ। ਪਰ ਸਰ ਕਰੋਨਾ ਇਸ ਟਾਈਮ ਭਿਅੰਕਰ ਰੂਪ ਲੈ ਚੁੱਕਾ ਭਾਰਤ ਵਿੱਚ, ਭਾਰਤ ਦੂਜੇ ਨੰਬਰ ਤੇ ਆ ਚੁੱਕਾ ਕਰੋਨਾ ਮਾਮਲਿਆਂ 'ਚ, ਤੇ ਫਿਰ ਸਰਕਾਰ ਨੂੰ ਵੀ ਚਾਹੀਦਾ ਨਾ ਕਿ ਇਹਦੇ ਲਈ ਕੋਈ ਪ੍ਰੋਪਰ ਸਟੈਪ ਬਣਾਇਆ ਜਾਵੇ। ਇਸ ਲਈ ਤੁਹਾਡੀ ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਆ? ਮੇਰੀ ਸਰਕਾਰ ਤੋਂ ਇਹੀ ਮੰਗ ਹੈ, ਕਿਉਂਕਿ ਦੇਖੋ ਸਰਕਾਰਾਂ ਆਪਣਾ ਰੋਲ ਅਦਾ ਵਧੀਆ ਕਰ ਰਹੀਆਂ ਨੇ ਲੇਕਿਨ ਪ੍ਰਸ਼ਾਸਨ ਜਿਹੜਾ ਕਿ ਗਰਾਊਂਡ ਲੈਵਲ ਦੀਆਂ ਜੋ ਨੀਤੀਆਂ ਉਹ ਉੱਤੇ ਤੱਕ ਸ਼ਾਇਦ ਨਾ ਪਹੁੰਚਾਉਂਦਾ ਹੋਵੇ। ਇਹ ਕਰੋਨਾ ਦੀ ਲੜਾਈ ਮੈਂ ਸਾਂਝ ਟੀਵੀ ਦੇ ਮਾਧਿਅਮ ਦੇ ਜ਼ਰੀਏ ਕੱਲੇ ਇਸ ਦੇਖਣ ਵਾਲੇ ਨੂੰ ਇਹ ਗੱਲ ਕਹਿਣੀ ਚਾਹੁੰਦਾ, ਤੁਹਾਡੇ ਦਿਲ ਦੀ ਗੁਹਾਰ, ਇਹ ਜਿਹੜੀ ਲੜਾਈ ਹੈ ਕਰੋਨਾ ਦੀ 1-2 ਦਿਨ 1-2 ਹਫ਼ਤੇ 1-2 ਮਹੀਨੇ ਦੀ ਨਹੀਂ, ਇਹ ਬਹੁਤ ਲੰਬੀ ਲੜਾਈ ਹੈ। ਲੇਕਿਨ ਇਹਦੇ ਨਾਲ ਅਸੀਂ ਲੜਾਂਗੇ ਤਾਂ ਜੇ ਅਸੀਂ ਅੰਦਰੋਂ ਸਟਰੋਂਗ ਹੋਵਾਂਗੇ। ਅੰਦਰੋਂ ਸਟਰੋਂਗ ਹੋਣਾ ਪੈਣਾ ਸਾਨੂੰ ਆਪਣੀ ਇਮਿਊਨਿਟੀ ਦੇ ਨਾਲ। ਇਮਿਊਨਿਟੀ ਤਾਂ ਸਟਰੋਂਗ ਹੋਈ ਜੇ ਜੇਬਾਂ ਭਰੀਆਂ ਹੋਣਗੀਆਂ, ਜੇਬਾਂ ਤਾਂ ਭਰੀਆਂ ਹੋਣਗੀਆਂ ਜੇ ਕੰਮਕਾਰ ਚੱਲਣਗੇ। ਸਰਕਾਰ ਨੂੰ ਇਹ ਦੇਖਣਾ ਚਾਹੀਦਾ ਵੀ ਜਿੱਥੇ ਅਸੀਂ ਕਰੋਨਾ ਨੂੰ ਕੰਟਰੋਲ ਕਰਨ ਦੇ ਲਈ ਨੀਤੀਆਂ ਅਪਣਾ ਰਹੇ ਹਾਂ ਉੱਥੇ ਵਪਾਰ ਨੂੰ ਕਾਇਮ ਰੱਖਣ ਲਈ ਵੀ ਨੀਤੀਆਂ ਅਪਣਾਈਏ। ਵਪਾਰ ਤਾਂ ਠੱਪ ਹੋ ਗਏ। ਹੁਣ ਦੇਖਿਆ ਜਾਵੇ, ਫਿਰ ਮੈਂ ਸਾਂਝ ਟੀਵੀ ਦੇ ਜ਼ਰੀਏ ਇਹ ਗੱਲ ਕਹਿਣੀ ਚਾਹੁੰਦਾ, ਬਿਜਲੀ ਦੇ ਬਿੱਲ ਹਰ ਕੋਈ ਦੇ ਰਿਹਾ, ਚਾਹੇ ਕੋਈ ਕਰਜ਼ੇ ਚੱਕ ਕੇ ਦੇ ਰਿਹਾ ਤੇ ਚਾਹੇ ਕੋਈ ਕਿਸੇ ਕੋਲ ਲੈ ਕੇ ਦੇ ਰਿਹਾ, ਚਾਹੇ ਜੋ ਮਰਜ਼ੀ। ਪ੍ਰਾਪਰਟੀ ਟੈਕਸ ਦਿੱਤੇ ਜਾ ਰਹੇ ਨੇ, ਸਕੂਲਾਂ ਆਪਣੀ ਗੁਹਾਰ ਲਗਾਉਂਦੇ ਨੇ ਵੀ ਸਕੂਲ ਦੀਆਂ ਫੀਸਾਂ ਦਿਓ। ਕਈਆਂ ਲੋਕਾਂ ਨੂੰ ਕਰਜ਼ੇ ਚੱਕ ਕੇ ਬੱਚਿਆਂ ਦੀ ਪੜ੍ਹਾਈ ਦੇ ਲਈ ਮੋਬਾਈਲ ਲੈਣੇ ਪੈ ਰਹੇ ਨੇ। ਔਰ ਇੱਕ ਗੱਲ ਮੈਂ ਹੋਰ ਦੱਸਣੀ ਚਾਹੁੰਦਾ, ਜਿਵੇਂ ਕਿ ਬੱਸਾਂ ਦੇ ਵਿੱਚ 52 ਦੀ ਜਗ੍ਹਾ ਇਹਨਾਂ ਨੇ ਅੱਧੀਆਂ ਸੀਟਾਂ ਕਰ ਦਿੱਤੀਆਂ। ਕਈ ਆਈਲੈਟ ਸੈਂਟਰ ਨੇ ਜਿਹੜੇ ਬੰਦ ਪਏ ਨੇ, ਉਹ ਕਿੱਥੇ ਜਾਣ ਬੰਦੇ? ਕਿੰਨੇ ਟੀਚਰਸ ਅੱਜ ਜਿਹੜੇ ਆਈਲੈਟ ਸੈਂਟਰ ਦੇ ਨੇ ਉਹ ਵਿਚਾਰੇ ਇਸ ਵੇਲੇ ਮੰਦਹਾਲੀ ਦੇ ਵਿੱਚੋਂ ਗੁਜ਼ਰ ਰਹੇ ਨੇ। ਸੋ ਦੂਸਰੀ ਗੱਲ ਆ ਜਾਂਦੀ ਹੈ ਥੀਏਟਰਸ ਬਿਲਕੁਲ ਬੰਦ ਨੇ। ਇੱਕ ਥੀਏਟਰ ਦੇ ਵਿੱਚ ਅਸੀਂ ਇਕੱਲਾ ਐਂਟਰਟੇਨਮੈਂਟ ਨਾ ਦੇਖੀਏ ਵੀ ਅਸੀਂ ਐਂਟਰਟੇਨਮੈਂਟ ਕਰਦੇ ਹਾਂ ਥੀਏਟਰ ਦੇ ਵਿੱਚ, ਇਹ ਵੀ ਗੱਲ ਦੇਖੀਏ ਵੀ ਇੱਕ ਥੀਏਟਰ ਤੋਂ ਕਿੰਨੇ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸੋ ਇਹ ਗੱਲਾਂ ਨੇ, ਇਹ ਸਾਰੀਆਂ, ਜਿੱਦਾਂ ਕਿ ਮੈਂ ਇੱਕ ਇਹ ਗੱਲ ਕਰਨੀ ਚਾਹੁੰਦਾ ਵੀ ਇੱਕ ਪ੍ਰਸ਼ਾਸਨ ਜਿਹੜਾ ਪਲੇਟਫਾਰਮ ਹੁੰਦਾ, ਜੇਈ, ਐਸਡੀਓ, ਐਕਸੀਅਨ, ਸੁਪਰਡੈਂਟ ਇੰਜੀਨੀਅਰ, ਚੀਫ ਤੋਂ ਬਾਅਦ ਗਾਂ ਅਸਿਸਟੈਂਟ ਪ੍ਰਿੰਸੀਪਲ ਸੈਕਟਰੀ ਔਰ ਗਾਂ ਚੀਫ ਸੈਕਟਰੀ, ਇਹ ਇਹੋ ਜਿਹੀ ਸੀਡੀ ਉੱਤੇ ਚੜ੍ਹਦੀ ਹੈ ਤਾਂ ਜਾ ਕੇ ਇਹਨਾਂ ਦੀਆਂ ਰਿਪੋਰਟਾਂ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਈ ਨਾ ਕੋਈ ਡਿਸੀਜਨ ਲੈਂਦੇ ਆ। ਲੇਕਿਨ ਡਿਸੀਜਨ ਹੀ ਨਹੀਂ ਜਦ ਚੱਜ ਦੇ ਪਹੁੰਚਣੇ ਤਾਂ ਫਿਰ ਮੇਰੀ ਗੱਲ ਸੁਣੋ, ਸਾਨੂੰ ਸਰਕਾਰਾਂ ਤੋਂ ਰੋਸ ਕਾਹਦਾ? ਗੱਲ ਇਸ ਗੱਲ ਦੀ, ਸਰਕਾਰਾਂ ਨੇ ਰਾਸ਼ਨ ਪਹੁੰਚਾਇਆ ਗਰੀਬ ਤਬਕੇ ਤਾਈਂ, ਬਹੁਤ ਵਧੀਆ ਗੱਲ ਆ। ਸਰਕਾਰਾਂ ਸਾਨੂੰ ਅਵੇਅਰ ਕਰ ਰਹੀਆਂ, ਬਹੁਤ ਵਧੀਆ ਗੱਲ ਆ। ਪਰ ਲੇਕਿਨ ਇੱਥੇ ਦੇਖਿਆ ਕੀ ਜਾ ਰਿਹਾ, ਅੰਨੀ ਪੀਣ ਡਈ ਆ, ਕੁੱਥੇ ਚੱਟਣ ਡਿਆ। ਸਰਕਾਰਾਂ ਆਪਣਾ ਰੋਲ ਅਦਾ ਕਰ ਰਹੀਆਂ ਪਰ ਬਾਜ਼ਾਰਾਂ ਦੇ ਵਿੱਚ ਜਾ ਕੇ ਦੇਖ ਲਓ ਭੀੜ ਉਦਾਂ ਹੀ ਆ। ਕਿਤੇ ਧਰਨੇ ਲੱਗ ਰਹੇ, ਸਭ ਕੁਝ ਲੱਗ ਰਿਹਾ, ਸਾਰੇ ਬੰਦੇ ਕਰਜ਼ੇ ਦੇ ਥੱਲੇ ਆ ਕੇ ਮਰਨੇ ਆ। ਕਰੋਨਾ ਨਾਲ ਤਾਂ ਸ਼ਾਇਦ ਨਾ ਮਰ। ਸਰਕਾਰ ਨੂੰ ਇਹੀ ਮੈਂ ਕਹਿਣਾ ਚਾਹੁੰਦਾ, ਇਹਨਾਂ ਚੀਜ਼ਾਂ ਦੇ ਕਰਕੇ ਹੀ ਅੱਜ ਸਾਡੇ ਜਹਾਜ਼ਾਂ ਦੇ ਜਹਾਜ਼ ਭਰ ਕੇ ਕੋਈ ਕੈਨੇਡਾ ਆਪਣੇ ਬੱਚੇ ਭੇਜ ਰਿਹਾ, ਕੋਈ ਇੰਗਲੈਂਡ ਭੇਜ ਰਿਹਾ, ਕੋਈ ਅਮਰੀਕਾ ਭੇਜ ਰਿਹਾ ਵੀ ਬੱਚਾ +2 ਕਰਾਓ, ਬੱਚੇ ਨੂੰ ਆਈਲੈਟਸ ਦਾ ਕੋਰਸ ਕਰਵਾਓ ਔਰ ਫੋਰਨ ਭੇਜ ਦਿਓ। ਕਿਉਂ? ਸਾਡੇ ਤੱਕਰ ਸਾਡੇ ਤੇ ਸੁਵਿਧਾ ਪਹੁੰਚ ਹੀ ਨਹੀਂ ਰਹੀ। ਜੇ ਸਾਡੇ ਬੱਚਿਆਂ ਨੂੰ, ਸਾਡੀ ਆਉਣ ਵਾਲੀ ਨਸਲ ਨੂੰ, ਸਾਡੀ ਬੀਜੀ ਹੋਈ ਫਸਲ ਨੂੰ ਚੰਗੀ ਸਾਡੀ ਰੱਖਿਆ ਹੋਵੇ ਤਾਂ ਕਿਹਦਾ ਦਿਲ ਕਰਦਾ ਆਪਣਾ ਦੇਸ਼ ਛੱਡ ਕੇ ਬਾਹਰ ਜਾਣ ਦਾ? ਮੈਂ ਕਹਿੰਦਾ ਮੇਰਾ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਪੰਜਾਬ ਸਟੇਟ ਦੇ ਮੁੱਖ ਮੰਤਰੀ ਸਾਹਿਬ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਅੱਜ ਤੱਕ ਜੋ ਕੀਤਾ ਬਹੁਤ ਵਧੀਆ ਕੀਤਾ। ਮੈਂ ਅੱਜ ਉਂਗਲ ਨਹੀਂ ਉਠਾਉਂਦਾ, ਲੇਕਿਨ ਅੱਜ ਝੋਲੀ ਅੱਡ ਕੇ ਅੱਜ ਮੈਂ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ ਔਰ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਮੈਂ ਬੇਨਤੀ ਕਰਦਾ, ਜੇ ਤੁਸੀਂ ਬਚਾਉਣਾ ਚਾਹੁੰਦੇ ਆ ਆਪਣੇ ਦੇਸ਼ ਦੀਆਂ ਨਸਲਾਂ ਨੂੰ, ਫਸਲਾਂ ਨੂੰ ਤੇ ਬਚਾ ਲਓ, ਨਹੀਂ ਤਾਂ ਕਰੋਨੇ ਨਾਲ ਨਹੀਂ, ਇਹ ਕਰਜ਼ੇ ਨਾਲ ਲੋਕੀ ਮਰ ਜਾਣੇ ਆ। ਔਰ ਇਸ ਗੱਲ ਨੂੰ ਮੇਰੀ ਨੂੰ ਯਾਦ ਰੱਖਿਓ। ਹੋ ਸਕਦਾ ਮੇਰੀਆਂ ਭਾਵੁਕਤਾਂ ਦੇ ਇਹ ਲਫ਼ਜ਼ ਕਿਸੇ ਨੂੰ ਮਾੜੇ ਲੱਗਦੇ ਹੋਣ, ਲੇਕਿਨ ਸੱਚ ਤੇ ਕੱਚ ਹਮੇਸ਼ਾ ਚੁੱਭਦਾ। ਅੱਜ ਕੋਈ ਪਾਰਟੀ ਦੀਆਂ ਗੱਲਾਂ ਨਹੀਂ, ਕੋਈ ਕਿਸੇ ਦੀਆਂ ਸਰਕਾਰਾਂ ਦੀਆਂ ਗੱਲਾਂ ਨਹੀਂ, ਅੱਜ ਮੈਂ ਹਰ ਉਸ ਭੁੱਖੇ ਪੇਟ ਦੀ ਗੱਲ ਕਰ ਰਿਹਾ ਜਿਹੜਾ ਸ਼ਾਮ ਨੂੰ ਆਪਣੇ ਘਰ ਜਾ ਕੇ ਭੁੱਖਾ ਸੌਂਦਾ ਤੇ ਭੁੱਖਾ ਹੀ ਉੱਠਦਾ। ਔਰ ਸਾਡੀ ਜ਼ਿੰਦਗੀ, ਆ ਮੇਰੀਆਂ ਦੁਕਾਨਾਂ ਦਾ ਕਿਰਾਇਆ ਮੈਂ ਤੁਹਾਨੂੰ ਕੀ ਦੱਸਾਂ, ਕਿੱਥੋਂ ਕਿਰਾਇਆ ਦੇਣਾ, ਕਿੱਥੋਂ ਬੱਚਿਆਂ ਦੀਆਂ ਫੀਸਾਂ ਦੇਣੀਆਂ, ਕਿੱਥੋਂ ਖਰਚੇ ਚੱਲਣੇ, ਕਿੱਥੋਂ ਕੀ ਚੱਲਣਾ? ਸੋਚੋ ਤਾਂ ਸਹੀ ਜਰਾ, ਇਹ ਸਿਲਸਿਲਾ ਚੱਲ ਰਿਹਾ ਮੈਨੂੰ ਨਹੀਂ ਪਤਾ। ਇੱਕ ਆਮ ਇਨਸਾਨ ਦੀ ਇੱਕ ਇਹ ਗੁਹਾਰ ਆ, ਮੈਂ ਆਪਣੇ ਲਈ ਨਹੀਂ, ਮੈਂ ਉਸ ਜ਼ਮੀਨ ਤੇ ਬੈਠੇ, ਮੈਂ ਕਹਿੰਦਾ ਭਿਖਾਰੀ ਲਈ ਵੀ ਅੱਜ ਇਹ ਤੁਹਾਡੇ ਕੋਲ ਬੇਨਤੀ ਕਰਦਾ ਵੀ ਪਲੀਜ਼ ਫੰਕਸ਼ਨ ਖੋਲੋ। ਕੋਈ ਰਾਹ ਤੇ ਬੈਠੇ ਉਸ ਭਿਖਾਰੀ ਨੂੰ ਵੀ ਜੇਬ ਚੋਂ 10 ਰੁਪਏ ਦੇਣ ਲੱਗਾ ਗਰੇਜ ਨਾ ਕਰੇ, ਕਿਉਂਕਿ ਜੇਬਾਂ ਹੋਣਗੀਆਂ ਭਰੀਆਂ ਤੇ ਸਭੇ ਗੱਲਾਂ ਖਰੀ। ਜਿਵੇਂ ਕਿ ਹੁਣ ਸੈਟਰਡੇ ਦਾ ਲੋਕਡਾਊਨ ਖੋਲ ਦਿੱਤਾ ਆ ਤੇ ਦੁਕਾਨਾਂ ਦਾ ਟਾਈਮਿੰਗ ਵਧਾ ਕੇ ਵੀ 6:30 ਤੋਂ 9 ਕਰ ਦਿੱਤੀ ਆ, ਤੇ ਇਸ ਲਈ ਤੁਸੀਂ ਖੁਸ਼ ਆ ਕਿ ਮਤਲਬ ਤੁਹਾਡੀ ਦੁਕਾਨ ਤੇ ਇਸ ਨਾਲ ਗਾਹਕੀ ਦਾ ਕੋਈ ਫਰਕ ਪਿਆ ਆ?
ਮੈਂ ਤਾਂ ਇਹਦੇ ਵਿੱਚ ਇਹ ਕਹਿਣਾ ਜੀ, ਸੁੱਤੇ ਪਏ ਮੁੰਡੇ ਦਾ ਮੂੰਹ ਚੁੰਮਿਆ, ਨਾ ਮੁੰਡਾ ਖੁਸ਼ ਨਾ ਮੁੰਡੇ ਦੀ ਮਾਂ ਖੁਸ਼। ਤੁਸੀਂ ਸ਼ਨੀਵਾਰ ਤੱਕ ਕੀ ਤੁਸੀਂ ਐਤਵਾਰ ਵੀ ਖੋਲਦੇ ਹੋ, ਰਾਤਾਂ ਵੀ ਖੋਲਦੇ ਹੋ। ਇਹ ਸ਼ਟਰ ਖੋਲਣ ਨਾਲ ਦੁਕਾਨਦਾਰੀਆਂ ਨਹੀਂ ਚੱਲਣੀਆਂ, ਇਹ ਫੰਕਸ਼ਨ ਖੋਲਣ ਦੇ ਨਾਲ ਦੁਕਾਨਦਾਰੀਆਂ ਚੱਲਣੀਆਂ। ਕਿਸੇ ਦੀ ਕੋਈ ਮੈਰਿਜ ਪਾਰਟੀ ਹੋਏਗੀ, ਕਿਸੇ ਦੀ ਬਰਥਡੇ ਪਾਰਟੀ ਹੋਗੀ, ਇੰਗੇਜਮੈਂਟ ਪਾਰਟੀ ਹੋਏਗੀ, ਕਿਸੇ ਦੀ ਐਨਵਰਸਰੀ ਪਾਰਟੀ ਹੋਏਗੀ, ਕਿਸੇ ਦਾ ਭੋਗ ਹੋਏਗਾ, ਕਿਸੇ ਦਾ ਕੋਈ ਅਖੰਡ ਪਾਠ ਸਾਹਿਬ ਦਾ ਪਾਠ ਹੋਏਗਾ, ਸੁਖਮਨੀ ਸਾਹਿਬ ਹੋਏਗਾ, ਕੋਈ ਵੀ ਕਿਸੇ ਤਰ੍ਹਾਂ ਦਾ ਦੁੱਖ ਸੁੱਖ ਦਾ ਪ੍ਰੋਗਰਾਮ ਹੋਏਗਾ। ਇਹ ਫੰਕਸ਼ਨਸ ਦੇ ਨਾਲ, ਇਹ ਲੈਣ ਦੇਣ ਦੇ ਨਾਲ ਵਪਾਰ ਚੱਲਣੇ ਆ, ਨਾ ਕਿ ਸਿਰਫ ਸ਼ਟਰ ਚੱਕਣ ਦੇ ਨਾਲ ਇਹ ਵਪਾਰ ਚੱਲਣੇ ਆ। ਇਹ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰੀ ਜਾਈਏ, ਜੋ ਮਰਜ਼ੀ ਗੱਲਾਂ ਕਰੀ ਜਾਈਏ, ਲੇਕਿਨ ਵਪਾਰ ਚੱਲਣਾ ਤੇ ਇਹ ਤਰੀਕੇ ਨਾਲ ਚੱਲਣਾ, ਕਿਸੇ ਸਲੀਕੇ ਨਾਲ ਚੱਲਣਾ, ਇਕੱਲਾ ਸ਼ਟਰ ਚੱਕਣ ਨਾਲ ਨਹੀਂ ਚੱਲਣਾ। ਆਖਰ 'ਚ ਸਰਕਾਰ ਕੋ ਤੁਹਾਡੀ ਕੀ ਮੰਗ ਆ? ਸਰਕਾਰ ਤੋਂ ਅਸੀਂ ਹਮੇਸ਼ਾ ਮੰਗਣਾ ਹੀ ਆ। ਸਰਕਾਰ ਹੁੰਦੀ ਸਾਡੇ ਲੋਕਾਂ ਦੇ ਮੰਗਣ ਨੂੰ ਆ। ਸਾਡੀ ਸਰਕਾਰ ਤੋਂ ਇਹੀ ਮੰਗਿਆ, ਇੱਕ ਜ਼ਮੀਨੀ ਪੱਧਰ ਦੀ ਹਕੀਕਤ ਨੂੰ ਪਛਾਣ ਦੇ। ਅੱਜ ਹਰਪ੍ਰੀਤ ਸਿੰਘ ਸੋਨੂ ਮਾਰਕੀਟ ਐਸੋਸੀਏਸ਼ਨ ਰਾਮਗੜੀਆ ਗੁਰਦੁਆਰਾ ਰੋਡ ਫਗਵਾੜਾ ਤੋਂ ਆਪ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਖੋਲੋ, ਕਿਰਪਾ ਕਰੋ ਮਹਾਰਾਜ। ਤੁਸੀਂ ਸਾਡੇ ਦੇਸ਼ ਦੇ, ਤੁਸੀਂ ਸਾਡੇ ਸਟੇਟ ਦੇ ਤੁਸੀਂ ਮੁੱਖ ਮੰਤਰੀ ਹੋ, ਕਰੋ ਕਿਰਪਾ ਸਾਡੇ ਗਰੀਬਾਂ ਦੇ ਉੱਤੇ। ਤੁਹਾਡੇ ਤੇ ਸਾਨੂੰ ਹੁਣ ਆਸ ਆ, ਤੁਹਾਡੀ ਇਸ ਹਾਂ ਦੇ ਨਾਲ ਹੀ ਸਾਡੇ ਫੰਕਸ਼ਨ ਚੱਲਣੇ ਨੇ, ਇਹ ਦੁਕਾਨਦਾਰੀਆਂ ਚੱਲਣੀਆਂ। ਸੋ ਪਲੀਜ਼ ਇਹ ਬੇਨਤੀ ਕਬੂਲ ਕਰਿਓ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਆਖਰ 'ਚ ਸਾਂਝ ਟੀਵੀ ਰਾਹੀਂ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਫਿਰ ਮੈਂ ਇੱਕ ਵਾਰ ਸਾਂਝ ਟੀਵੀ ਦਾ ਧੰਨਵਾਦ ਕਰਦਾ ਰਾਮਗੜੀਆ ਮਾਰਕੀਟ ਐਸੋਸੀਏਸ਼ਨ ਰੋਡ ਫਗਵਾੜਾ ਵੱਲੋਂ, ਜਿਨ੍ਹਾਂ ਨੇ ਸਾਡੀ ਸਾਰੀ ਮਾਰਕੀਟ ਦੇ ਇਕੱਲੇ ਦੁਕਾਨਦਾਰ ਦੇ ਕੋਲ ਜਾ ਕੇ ਉਹਨਾਂ ਦਾ ਦੁੱਖ ਸੁਣਿਆ। ਮੈਂ ਸਾਂਝ ਟੀਵੀ ਰਾਹੀਂ ਇਹੀ ਬੇਨਤੀ ਕਰਨਾ ਚਾਹੁੰਦਾ, ਸਰਕਾਰ ਦੇ ਕੋਲੋਂ ਫੰਕਸ਼ਨ ਖੋਲ੍ਹੇ ਜਾਣ, ਪਾਰਟੀਆਂ ਖੋਲ੍ਹੀਆਂ ਜਾਵੇ, ਜਿਹਦੇ ਨਾਲ ਗ੍ਰਾਹਕ ਆਪਣੀਆਂ ਲੋੜ ਦੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਲੈਣ ਆਵੇ। ਔਰ ਇੱਕ ਚੀਜ਼ ਮੈਂ ਸੀਨੀਅਰ ਪੱਤਰਕਾਰਾਂ ਨੂੰ ਕਹਿਣੀ ਚਾਹੁੰਦਾ ਔਰ ਮੀਡੀਆ ਨੂੰ ਕਹਿਣਾ ਚਾਹੁੰਦਾ, ਜਦੋਂ ਸਾਡੇ ਸਟੇਟ ਦੇ ਮੁੱਖ ਮੰਤਰੀ ਕੋਈ ਵੀ ਹੁਕਮ ਐਲਾਨ ਕਰਦੇ ਆ, ਕਿਉਂਕਿ ਜਦੋਂ ਮੁੱਖ ਮੰਤਰੀ ਸਾਹਿਬ ਹੁਕਮ ਦੇ ਦਿੰਦੇ ਆ, ਉਹ ਹੁਕਮ ਉਦੋਂ ਲਾਗੂ ਹੁੰਦਾ ਜਦੋਂ ਡੀਸੀ ਸਾਹਿਬ ਆਪਣਾ ਆਰਡਰ ਭੇਜਦੇ ਆ। ਕੁਝ ਜਿਹੜੇ ਲੋਕ ਪੜ੍ਹੇ ਲਿਖੇ ਆ ਜਾਂ ਜਿਹੜੇ ਕਿਸੇ ਨਾ ਕਿਸੇ ਸੰਬੰਧਿਤ ਅਦਾਰਿਆਂ ਨਾਲ ਸੰਬੰਧਿਤ ਨੇ, ਉਹਨਾਂ ਨੂੰ ਤਾਂ ਪਤਾ ਹੈ। ਆਮ ਜਿਹੜੇ ਗਰੀਬ ਵਰਗ ਲੋਕ ਨੇ, ਕੋਈ ਰੇਹੜੀਆਂ ਵਾਲੇ ਨੇ ਜਾਂ ਛੋਟੇ ਦੁਕਾਨਦਾਰ ਨੇ, ਉਹਨਾਂ ਨੂੰ ਇਸੇ ਗੱਲ ਦਾ ਨਹੀਂ ਪਤਾ। ਉਹ ਸਿਰਫ ਟੀਵੀ ਤੋਂ ਇਹ ਗੱਲ ਦੇਖ ਲੈਂਦੇ ਨੇ ਵੀ ਮੁੱਖ ਮੰਤਰੀ ਸਾਹਿਬ ਨੇ ਆਹ ਆਰਡਰ ਦੇ ਦਿੱਤਾ, ਜਦ ਕਿ ਉਹ ਆਰਡਰ ਉਦੋਂ ਲਾਗੂ ਹੋਣਾ ਹੁੰਦਾ ਜਦੋਂ ਡੀਸੀ ਸਾਹਿਬ ਨੇ ਕਹਿਣਾ ਹੁੰਦਾ। ਸੋ ਮੇਰੀ ਵੱਡੇ ਮੀਡੀਆ ਵਾਲਿਆਂ ਨੂੰ ਇਹ ਵੀ ਬੇਨਤੀ ਆ ਵੀ ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਹੁਕਮ ਟੀਵੀ ਉੱਤੇ ਜਨਤਕ ਕਰਨਾ ਹੁੰਦਾ, ਉਹਦੇ ਨਾਲ ਇਹ ਜ਼ਰੂਰ ਲਿਖਿਆ ਕਰੋ ਵੀ ਇਹ ਉਦੋਂ ਲਾਗੂ ਹੋਏਗਾ ਜਦੋਂ ਡੀਸੀ ਸਾਹਿਬ ਕਹਿਣਗੇ, ਜਾਂ ਇਹ ਲਿਖਿਆ ਕਰੋ ਇਹ ਹੁਕਮ ਹੁਣ ਤੋਂ ਹੀ ਲਾਗੂ ਆ, ਤਾਂ ਜੋ ਇਸ ਚੱਕਰ ਚਿੜੀ ਦੇ ਵਿੱਚ ਕਿਸੇ ਆਮ ਜਿਹੜਾ ਗਰੀਬ ਵਰਗ ਦਾ ਦੁਕਾਨਦਾਰ ਆ, ਛੋਟਾ ਰੇਹੜੀ ਵਾਲਾ ਜਾਂ ਕੋਈ ਫੜੀ ਵਾਲਾ ਜਾਂ ਕੋਈ ਆਮ ਛੋਟਾ ਦੁਕਾਨਦਾਰ, ਉਹਨੂੰ ਕਿਸੇ ਵੀ ਪ੍ਰਸ਼ਾਸਨ ਦੇ ਮੂਹਰੇ ਕੋਈ ਵੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇੱਕ ਵਾਰ ਫੇਰ ਸਾਂਝ ਟੀਵੀ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਹਰ ਇੱਕ ਦੁਕਾਨਦਾਰ ਕੋਲ ਜਾ ਕੇ ਅਲੱਗ-ਅਲੱਗ ਗੱਲਾਂ ਕੀਤੀਆਂ, ਜਿਸ ਵਿੱਚ ਉਹਨਾਂ ਨੇ ਆਪਣੇ ਪੱਖ ਰੱਖਦਿਆਂ ਕਿਹਾ ਕਿ ਫੰਕਸ਼ਨ ਖੋਲੇ ਜਾਣ ਜਿਸ 'ਚ ਹਰ ਵਰਗ ਦੇ ਵਪਾਰੀਆਂ ਨੂੰ, ਜਿੱਥੋਂ ਤੱਕ ਕਿ ਮੋਚੀ ਤੱਕ ਨੂੰ ਜਾਂ ਗੁਬਾਰੇ ਵਾਲੇ ਤੱਕ ਨੂੰ, ਉਹਨੂੰ ਆਪਣਾ ਵਪਾਰ ਮਿਲੇ ਤਾਂ ਕਿ ਉਹ ਚੈਨ ਨਾਲ ਰੋਟੀ ਆਪਣੀ ਖਾ ਸਕਣ। ਤੁਸੀਂ ਦੇਖਦੇ ਰਹੋ ਸਾਂਝ ਟੀਵੀ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਧਾਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ। ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 9814 66471, 9815 66471।